ਪੰਕਜ ਬੰਧਨ ਪਦ ਪੰਕਜ ਬੰਧਨ ਸਿਮਰੋ ਅੰਗਦ ਦੋਖ ਨਿਕੰਦ ਨਿਕੰਦ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਵਿਗਨ ਨ ਕੇ ਨਾਸ਼ਕ ਜੀ ਵਿਗਨ ਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਵਈਆ ਸੰਗ ਖਤੰਗਨ ਪੂਰਨ ਖੰਗ ਹੈ ਅੰਗ ਸਜਾਏ ਚੜ੍ਹੇ ਤਬ ਘੋਰੇ ਹਾਥ ਸਿਆਸਨ ਸ਼ੋਭਤ ਹੈ ਬਰ ਜੇਵਰ ਜੋਤ ਦਿਪੈ ਚਹੂ ਓਰੇ ਹੋਇਆ ਸਖੀਆਂ ਪਰਵਾਰਤ ਪੁੰਜ ਮਿਲਾ ਦੁਲਹੀ ਸੁਚ ਢਾਏ ਕੈ ਡੋਰੇ ਬ੍ਰਿੰਦ ਮਸੰਦ ਬਿਲੰਦ ਲਿਓ ਧਨ ਮੇਘ ਮਨਿੰਦ ਉਠੇ ਕਰ ਜੋਰੇ ਸੰਗ ਖਤੰਗਨ ਪੂਰਨ ਖੰਗ ਹੈ ਅੰਗ ਸਜਾਏ ਚੜ੍ਹੇ ਤਬ ਘੋਰੇ ਹਾਥ ਸਰਾਸਨ ਸ਼ੋਭਤ ਹੈ ਬਰ ਜੇਵਰ ਜੋਤ ਦਿਪੈ ਚਹੂ ਓਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਭਗਤ ਵਛਲ ਪਤਿਤ ਪਾਵਨ 10 ਪਾਤਸ਼ਾਹੀਓਂ ਜੀ ਕੇ ਪਵਿੱਤਰ ਸਰੂਪ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਪਵਿੱਤਰ ਦਰਸ਼ਨ ਪਰਸ ਕਰ ਆਪਣੇ ਨੇਤਰਾਂ ਨੂੰ ਸਫਲ ਬਣਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਗਰੀਬ ਨਵਾਜ ਪਾਤਸ਼ਾਹ ਦੀ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਕਥਾ ਸੁਣ ਹਰ ਕਥਾ ਉਤਾਰੀ ਮੈਲ। ਆਪ ਜੀ ਸ਼ਰਧਾ ਭਾਵਨਾ ਨਾਲ ਪਾਤਸ਼ਾਹ ਦੇ ਜੀਵਨ ਦੇ ਸ਼ਰਵਣ ਦਰਸ਼ਨ ਕਰਕੇ
ਸਵਾਸਾਂ ਨੂੰ ਆਪਣੇ ਮਨੁੱਖਾ ਜਾਮੇ ਸਮੇਂ ਨੂੰ ਸਫਲ ਬਣਾ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਦੇ ਆਨੰਦ ਕਾਰਜ ਵਿਵਾਹ ਦੇ ਪ੍ਰਸੰਗ ਪਿਛਲੇ ਦੀਵਾਨਾਂ ਵਿੱਚ ਹੁਣ ਤੱਕ ਆਪ ਜੀ ਸ਼ਰਵਣ ਕਰ ਰਹੇ ਹੋ ਕਿ ਮਹਾਰਾਜ ਪਾਤਸ਼ਾਹ ਜੀ ਲਾਹੌਰ ਦੇ ਹਰ ਜਸ ਨਾਵੇਂ ਸਿੱਖ ਜਿਨ੍ਹਾਂ ਬੇਨਤੀ ਕੀਤੀ ਸ੍ਰੀ ਅਨੰਦਪੁਰ ਸਾਹਿਬ ਆ ਕੇ ਕਿ ਮਹਾਰਾਜ ਜੇ ਆਪ ਜੀ ਮੇਰੇ ਤੇ ਤਰਸ ਕਰੋ, ਆਪਣੀ ਪੁੱਤਰੀ ਜੀਤ ਕੌਰ ਨੂੰ ਮੈਂ ਆਪ ਜੀ ਕੇ ਚਰਨਾਂ ਲੜ ਲਾਇਆ ਚਾਹੁੰਦਾ ਹਾਂ। ਸਤਿਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ 23 ਹਾੜ ਦਾ ਆਨੰਦ ਕਾਰਜ ਵਿਵਾਹ ਸਤਿਗੁਰਾਂ ਦਾ ਉਹ ਤੈਅ ਹੋਇਆ। ਗੁਰੂ ਕਾ ਲਾਹੌਰ ਸ੍ਰੀ ਅਨੰਦਪੁਰ ਸਾਹਿਬ ਤੋਂ ਉੱਤਰ ਦੀ ਤਰਫ ਪਹਾੜ ਦੀ ਬਾਹੀ ਤੇ 6-7 ਮੀਲ ਤੇ ਨਗਰ ਬੰਨਿਆ। ਸਾਰੇ ਵੱਡੇ ਸ਼ਹਿਰਾਂ ਦੇ ਬਾਣੀਏ ਉਸ ਨਗਰ ਦੇ ਵਿੱਚ ਹਟਾਂ ਪਾ ਪਾ ਕੇ ਵਣਜ ਵਪਾਰ ਕਰਨ ਲੱਗੇ। ਸਤਿਗੁਰਾਂ ਦੇ ਆਨੰਦ ਕਾਰਜ ਕਾਫੀ ਦਿਨ ਸੰਗਤਾਂ ਹਜ਼ੂਰ ਦੇ ਦਰਸ਼ਨ ਪਰਸਦੀਆਂ ਰਹੀਆਂ। ਬਹੁਤ ਜੈ ਜੈਕਾਰ, ਸਭ ਨੂੰ ਘਰ ਭੁੱਲ ਗਏ। ਸਮੇਂ ਦਾ ਪਤਾ ਨਹੀਂ ਲੱਗ ਰਿਹਾ ਵੀ ਕਿੰਨੇ ਦਿਨ ਲੰਘ ਗਏ ਹੈ। ਇਸ ਤਰ੍ਹਾਂ ਜਦੋਂ ਕਾਫੀ ਦਿਨ ਬਤੀਤ ਹੋਏ, ਇੱਥੇ ਕੱਪੜੇ ਧੋਣ ਨੂੰ ਜਲ ਨਹੀਂ ਹੈ ਸੀ। ਪੀਣ ਵਾਸਤੇ ਵੀ ਪਹਿਲਿਆਂ ਸਮਿਆਂ 'ਚ ਐਸਾ ਵੈਸੇ ਹੀ ਪ੍ਰਬੰਧ ਹੁੰਦਾ ਸੀ। ਬਹੁਤ ਮੁਸ਼ੱਕਤ ਹੁੰਦੀ ਸੀ ਜਲ ਦੀ। ਤਾਂ ਇੱਕ ਦਿਨ ਮਹਾਰਾਜ ਜਦੋਂ ਬਾਹਰ ਸੈਰ ਕਰਨ ਵਾਸਤੇ ਘੋੜੇ 'ਤੇ ਚੜ੍ਹੇ ਚੜ੍ਹਾਏ ਜਾ ਰਹੇ ਹੈ, ਸੂਰਮੇ ਸਿੱਖ ਮਹਾਰਾਜ ਦੇ ਨਾਲ, ਅਤੇ ਧੋਬੀ ਸਿੱਖ ਜਿਹੜਾ ਪਾਤਸ਼ਾਹ ਜੀ ਦੇ ਕੱਪੜਿਆਂ ਨੂੰ ਰੋਜ਼ ਧੋਂਦਾ ਹੈ, ਇਹਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਜਿਹੜੇ ਕੱਪੜੇ ਰੋਜ਼ ਗਰਮੀ ਹੈ ਉਤਾਰ ਦਿੰਦੇ ਹੋ, ਉਹ ਮੇਰੇ ਕੋਲ ਉਵੇਂ ਹੀ ਪੰਡ ਵੱਜ ਗਈ ਹੈ, ਕਿਉਂਕਿ ਕਿਤੇ ਵੀ ਜਲ ਨਹੀਂ ਹੈ। ਚੰਗਾ ਪਵਿੱਤਰ ਜੀ ਦੇ ਨਾਲ ਆਪ ਜੀ ਕੇ ਵਰਤ ਜਿਹੜੇ ਕੱਪੜੇ ਬਸਤਰ ਸੋਧ ਲਈਏ, ਕੋਈ ਕਿਰਪਾ ਕਰੋ, ਕੀ ਆਗਿਆ ਆਪ ਜੀ ਦੀ। ਮਹਾਰਾਜ ਸੁਣ ਕੇ ਜਿੱਥੇ ਖੜ੍ਹੇ ਸੀ ਘੋੜੇ 'ਤੇ ਚੜ੍ਹਿਆ, ਮਹਾਰਾਜ ਨੇ ਵਰਸ਼ਾ ਸੰਗੋ ਸ਼ਾਹ ਤੋਂ ਪਕੜ ਕੇ ਧਰਤੀ 'ਚ ਮਾਰਿਆ ਅਤੇ ਆਖਿਆ ਇਹਨੂੰ ਪੱਟ ਲਓ ਅਤੇ ਹੇਠੋਂ ਪਾਣੀ ਦੀ ਫੁਹਾਰ ਨਿਕਲ ਆਏਗੀ। ਮਹਾਰਾਜ ਦੇ ਭੂਆ ਜੀ ਦੇ ਪੁੱਤਰ ਸੰਗੋ ਸ਼ਾਹ ਜੀ ਨੇ ਇੱਕ ਹੱਥ ਪਾ ਕੇ ਵਰਸ਼ਾ ਖਿੱਚਣਾ ਚਾਹਿਆ, ਪਰ ਸਤਿਗੁਰੂ ਮਹਾਰਾਜ ਦਾ ਗੱਡਿਆ ਵਰਸ਼ਾ ਪੱਟ ਨਾ ਹੋਇਆ। ਜੋ ਪਾਤਸ਼ਾਹ ਜੀ ਨੇ ਫਿਰ ਆਪ ਜਦੋਂ ਖਿੱਚਿਆ ਅਤੇ ਜਲ ਦੇ ਫੁਹਾਰ ਛੁੱਟ ਪਏ। ਫਿਰ ਮਾਰੀ ਚੰਦ ਦੂਸਰਾ ਭਰਾਤਾ ਸੀ ਸੰਗੋ ਸ਼ਾਹ ਤੋਂ ਛੋਟਾ, ਇਹਨੇ ਮਨ 'ਚ ਸ਼ੰਕਾ ਕੀਤਾ ਸੀ ਵੀ ਜੇ ਇੱਕ ਹੱਥ ਨਾਲ ਨਹੀਂ ਖਿੱਚਿਆ ਗਿਆ, ਦੋ ਲਾ ਕੇ ਜ਼ਰੂਰ ਖਿੱਚ ਲੈਣਾ ਚਾਹੀਦਾ ਸੀ, ਵੀ ਇੰਨਾ ਕਿੰਨਾ ਕੁ ਬਲ ਹੋਵੇਗਾ ਗੁਰੂ ਕਲਗੀਧਰ ਸਾਹਿਬ ਦੇ ਵਿੱਚ, ਵੀ ਦੋ ਹੱਥਾਂ ਨਾਲ ਤਾਂ ਮੈਨੂੰ ਕਹਿੰਦੇ ਮੈਂ ਪੱਟ ਦਿੰਦਾ। ਇਹਦਾ ਸ਼ੰਕਾ ਜਿਹਾ ਮਹਾਰਾਜ ਜਾਣ ਗਏ। ਅੰਤਰਜਾਮੀ ਪੁਰਖ ਵਿਧਾਤੇ ਪਾਤਸ਼ਾਹ ਜੀ ਸਤਿਗੁਰਾਂ ਫੇਰ ਦੂਜੀ ਥਾਂ ਵਰਸ਼ਾ ਕੱਢ ਦਿੱਤਾ। ਮਾਰੀ ਚੰਦ ਨੂੰ ਇਸ਼ਾਰਾ ਕਰਕੇ ਮਹਾਰਾਜ ਕਹਿੰਦੇ, ਭਾਈ ਸਾਹਿਬ ਜੀ ਹੁਣ ਦੋ ਹੱਥ ਲਾ ਕੇ ਤੇ ਵਰਸ਼ਾ ਪੱਟ ਲਓ। ਇਹਨੇ ਦੋਵੇਂ ਹੱਥ ਲਾਏ, ਪੈਰ ਜਮਾ ਕੇ ਬਹੁਤ ਜ਼ੋਰ ਮਾਰਿਆ, ਪਰ ਵਰਸ਼ਾ ਨਾ ਪੱਟ ਹੋਇਆ। ਇਸ ਤਰ੍ਹਾਂ ਖਾਲਸਾ ਜੀ ਫਿਰ ਮਹਾਰਾਜ ਨੇ ਵਰਸ਼ਾ ਦੂਜੀ ਵਾਰੀ ਆਪ ਹੀ ਇੱਕ ਹੱਥ ਨਾਲ ਖਿੱਚ ਲਿਆ। ਦੋ ਫੁਹਾਰੇ ਜਲ ਦੇ ਛੁੱਟ ਪਏ ਸੀ। ਮਾਮਾ ਕਿਰਪਾਲ ਚੰਦ ਜੀ ਲਾਗੇ ਖੜੇ ਬੜੇ ਵਿਚਾਰਵਾਨ ਤੇ ਸਿਆਣੇ ਹੈ। ਕਹਿਣ ਲੱਗੇ ਵੀ ਪਾਤਸ਼ਾਹ ਤ੍ਰਿਵੇਣੀ ਪ੍ਰਾਗ ਰਾਜ ਤੇ ਬੜਾ ਮਹਾਤਮ ਮੰਨਿਆ ਤ੍ਰਿਵੇਣੀ ਤੀਰਥ ਦਾ ਹਿੰਦੂਆਂ ਵਿੱਚ, ਅਤੇ ਵੇਖਾ ਵੇਖੀ ਸਿੱਖ ਵੀ ਉੱਥੇ ਜਾਂਦੇ ਹੈ। ਜੇ ਆਪ ਜੀ ਕਿਰਪਾ ਕਰੋ ਤਾਂ ਇੱਥੇ ਹੀ ਤ੍ਰਿਵੇਣੀ ਚਲਾ ਦਿਓ, ਇੱਕ ਵਰਸ਼ਾ ਹੋਰ ਮਾਰੋ ਅਤੇ 3 ਫੁਹਾਰ ਫੁੱਟ ਪੈਣੇ। ਸੁਣ ਕੇ ਕਿਰਪਾਲ ਚੰਦ ਜੀ ਦੀ ਬੇਨਤੀ ਨੂੰ ਪਾਤਸ਼ਾਹ ਨੇ ਫਿਰ ਤੀਸਰਾ ਵਰਸ਼ਾ ਮਾਰਿਆ, ਖਿੱਚਿਆ ਅਤੇ 3
ਚਸ਼ਮੇ ਝਰਨੇ ਫੁੱਟ ਪਏ ਪਥਰੀਲੇ ਧਰਤ ਵਿੱਚੋਂ। ਇਸ ਤਰ੍ਹਾਂ ਖਾਲਸਾ ਜੀ ਮਹਾਰਾਜ ਨੇ ਫਿਰ ਧੋਬੀ ਨੂੰ ਆਖਿਆ ਵੀ ਲੈ ਰਜ ਰਜ ਕੱਪੜੇ ਧੋ, ਜਲ ਛਕੋ, ਕੋਈ ਇਸ਼ਨਾਨ ਕਰੇ, ਸੁੱਖ ਬੱਝ ਗਿਆ। ਇਸ ਤਰ੍ਹਾਂ ਸਾਧ ਸੰਗਤ ਜੀ ਪਾਤਸ਼ਾਹ ਜੀ ਦੀ ਇਹ ਕੌਤਕ ਕਰਨੀ ਸੁਣ ਕੇ ਸਾਰੇ ਵੇਖਣ ਆਏ। ਕੋਈ ਇਸ਼ਨਾਨ ਕਰਦਾ ਉੱਥੇ ਪਵਿੱਤਰ ਥਾਂ ਜਾਣ ਕੇ। ਹੁਣ ਵੀ ਉਹ ਤਰਬੇਣੀ ਸਾਹਿਬ ਦਾ ਪਵਿੱਤਰ ਸਥਾਨ ਹੈ, ਸ੍ਰੀ ਅਨੰਦਪੁਰ ਸਾਹਿਬ ਲਾਗੇ ਗੁਰੂ ਕੇ ਲਾਹੌਰ। ਉਵੇਂ ਹੀ ਜਲ ਵਹਿੰਦਾ, ਚਸ਼ਮੇ ਫੁੱਟੇ ਹੋਏ ਹੈ, ਸੰਗਤਾਂ ਜਲ ਛਕਦੀਆਂ ਹਨ। ਠੰਡਾ ਮਿੱਠਾ ਬਹੁਤ ਆਨੰਦਦਾਇਕ ਹੈ। ਸੋ ਇਸ ਤਰ੍ਹਾਂ ਦੀ ਸੋਭਾ ਗੁਰੂ ਕਲਗੀਧਰ ਸਾਹਿਬ ਗੁਰੂ ਦੇਵ ਦੀ ਆਪ ਸਾਰੀਆਂ ਸੰਗਤਾਂ ਨੇ ਸਤਿਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਹੀ ਸਰਵਣ ਕੀਤੀ ਹੈ। ਅਗਲਾ ਜਿਹੜਾ ਕੋਈ ਪ੍ਰਸੰਗ ਹੈ, ਜਿਵੇਂ ਮਹਾਰਾਜ ਪਾਤਸ਼ਾਹ ਜੀ ਵਿਵਾਹ ਆਨੰਦ ਕਾਰਜ ਸੰਪੂਰਨ ਹੋਏ, ਗੁਰੂ ਕੇ ਲਾਹੌਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ। ਮਾਤਾ ਗੁਜਰ ਕੌਰ ਜੀ ਰਜ ਰਜ ਸ਼ਗਨ ਮਨਾਉਂਦੇ, ਚਾਓ ਆਨੰਦ ਕਰਦੇ ਹੈ। ਐਸੇ ਪ੍ਰਸੰਗ ਸ਼ਰਵਣ ਕਰੀਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਓ। ਸਭ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੰਗ ਖਤੰਗਨ ਪੂਰਨ ਖੰਗ ਹੈ। ਇਸ ਤਰ੍ਹਾਂ ਖਾਲਸਾ ਜੀ ਮਹਾਰਾਜ ਪਾਤਸ਼ਾਹ ਜੀ ਨੇ ਆਗਿਆ ਕਰ ਦਿੱਤੀ ਸਾਰੇ ਸਿੱਖਾਂ ਨੂੰ ਵੀ ਹੁਣ ਚਾਲਾ ਹੀ ਹੈ ਅਨੰਦਪੁਰ ਸਾਹਿਬ ਨੂੰ। ਤੇ ਪਰਿਵਾਰ ਦੇ ਘਰੋਂ ਵੀ ਮਹਾਰਾਜ ਹੋ ਆਏ ਹੈ, ਦਰਸ਼ਨ ਬਖਸ਼ਾਏ ਹੈ, ਤਿਆਰਾ ਕਰਨ ਲੱਗ ਪਏ, ਆਪਦਾ ਰਾਜ ਸਾਜ ਸਾਂਭਦੇ ਆਏ। ਸ਼ਾਸਤਰ ਮਹਾਰਾਜ ਪਹਿਨ ਰਹੇ, ਕਮਰ ਕੱਸੇ ਕਰ ਰਹੇ ਹਨਗੇ। ਸੰਗ ਖਤੰਗਨ, ਖਤੰਗਨ ਨਾਮ ਤੀਰ ਦਾ ਹੁੰਦਾ, ਨਿਖੰਗਾ ਹੁੰਦਾ ਪੱਥਾ, ਤੇ ਪੂਰ ਨਾਮ ਭਰਿਆ ਹੋਇਆ। ਸਤਿਗੁਰੂ ਸਾਹਿਬ ਦਾ ਜਿਹੜਾ ਖਤੰਗਾ ਕਹੀਏ ਤੀਰਾਂ ਦੇ ਨਾਲ ਪੂਰ ਭਰਿਆ ਹੋਇਆ, ਨਿਖੰਗਾ ਕਈ ਜਿਹੜਾ ਪੱਥਾ ਹੈ ਜੀ। ਅੰਗ ਸਜਾਏ ਚੜ੍ਹੇ ਤਬ ਘੋਰੇ। ਮਹਾਰਾਜ ਨੇ ਕਮਰ ਕੱਸੇ ਪੇਟੀ ਕਰ ਲਿਆ, ਤੀਰਾਂ ਦਾ ਪੱਥਾ ਕਮਾਨ ਸਾਂਭ ਲਿਆ, ਸ਼ਾਸਤਰ ਵਸਤਰ ਪਹਿਨ ਕਮਰ ਕਸਾ ਕਰ ਸਤਿਗੁਰੂ ਜੀ ਘੋੜੇ ਉੱਪਰ ਚੜ੍ਹ ਬੈਠੇ ਹਨ। ਹਾਥ ਸਰਾਸਨ ਸੋਭਤ ਹੈ ਬਰ। ਪਾਤਸ਼ਾਹ ਦੇ ਹੱਥ ਦੇ ਵਿੱਚ ਬੜਾ ਸ੍ਰੇਸ਼ਟ ਸਰਾਸਨ ਕਹੀਏ ਧਨੁਸ਼ ਜਿਹੜਾ ਹੈ ਕਮਾਨ ਸੋਭਾ ਪਾਉਂਦਾ ਹੈ। ਜੇਵਰ ਜੋਤ ਦਿਪੈ ਚਹੂ ਓਰੇ। ਜਿਹਦੀ ਜੋਤ ਹੈ, ਜੇਵਰ ਜੜੇ ਹੋਏ ਸ਼ਿੰਗਾਰ ਦੀ, ਕਮਾਨ ਦੇ ਉੱਪਰ ਜੋ ਹੀਰੇ ਮੋਤੀ ਲੱਗੇ, ਉਹਦੀ ਜੋਤ ਜਿਹੜੀ ਦਿਪੈ ਕਹੀਏ ਪ੍ਰਗਟ ਹੁੰਦੀ ਹੈ। ਦੂਰ ਤੱਕ ਸਤਿਗੁਰਾਂ ਦਾ ਕਮਾਨ ਜਿਹੜਾ ਲਿਸ਼ਕਦਾ ਦੇਖਿਆ ਜਾਂਦਾ ਹੈ। ਹੋਇ ਸਖੀਆਂ ਪਰਵਾਰਤ ਪੁੰਜ। ਇੱਦਾਂ ਸੰਗਤ ਜੀ ਜਿਹੜੀਆਂ ਮਾਤਾ ਜੀਤ ਕੌਰ ਜੀ ਦੀਆਂ ਭੈਣਾਂ ਰਿਸ਼ਤੇ 'ਚ ਲੱਗੀਆਂ, ਸਖੀਆਂ ਲੱਗੀਆਂ, ਉਹ ਸਾਰੀਆਂ ਧੰਨ ਗੁਰੂ ਕਲਗੀਧਰ ਸਾਹਿਬ ਤੇ ਮਾਤਾ ਜੀਤ ਕੌਰ ਇਸ ਸੁਭਾਗੀ ਜੋੜੀ ਤੋਂ ਵਾਰ ਨੇ ਬਲਿਹਾਰ ਨੇ ਜਾਂਦੀਆਂ ਹਨ। ਮਿਲਹਿ ਦੁਲਹੀ ਸੋ ਢਾਏ ਕੈ ਡੋਰੇ। ਇੱਦਾਂ ਖਾਲਸਾ ਜੀ ਉਹ ਸਾਰੀਆਂ ਬੀਬੀਆਂ ਮਾਈਆਂ ਦੁਲਹਨ ਨੂੰ ਮਿਲਦੀਆਂ। ਸੋ ਚੜਾਏ ਕੈ ਡੋਰੇ, ਸੋਚ ਨਹੀਂ ਸੋ ਚੜਾਈ, ਸੋ ਆਡਾ ਇੱਥੇ ਇਕੱਠਾ ਛਪਿਆ। ਸੋ ਇੱਦਾਂ ਉਹ ਦੁਲਹਨੀ ਨੂੰ ਡੋਲੇ 'ਚ ਚੜਾਉਣ ਵਾਸਤੇ ਜੀਤ ਕੌਰ ਮਾਤਾ ਨੂੰ ਬ੍ਰਿੰਦ ਮਸੰਦ ਬਿਲੰਦ ਲਿਓ ਧਨ। ਤੇ ਸਭ ਮਾਈਆਂ ਇਕੱਠੀਆਂ ਹੋ ਰਹੀਆਂ ਵੀ ਹੁਣ ਡੋਲੀ ਤੁਰਨੀ ਹੈ। ਬਿਸੰਦ ਜਿਹੜੇ ਮਸਾਂਦੇ ਆ ਉਹ ਬਹੁਤ ਭਾਰੀ ਗਿਣਤੀ ਵਿੱਚ ਗੁਰੂ ਕੇ ਸਿੱਖ ਉਹ ਮਹਾਰਾਜ ਨਾਲ ਇਕੱਠੇ ਹੋਏ ਹਨ। ਮੇਘ ਮਨਿੰਦ ਉਠੇ ਕਰ ਜੋਰੇ। ਤੇ ਉਹ ਧਨ ਜਿਹੜਾ ਇੱਦਾਂ ਵਰਖਾ ਕਰਦੇ ਆ ਜਿਵੇਂ ਕਿਤੇ ਬੱਦਲ ਤਰੁੱਠਿਆ ਹੋਵੇ ਤੇ ਬੜਾ ਭਾਰੀ ਵਰਸ਼ਾ ਕਰਦਾ, ਮੀਂਹ ਪਾਉਂਦਾ। ਇੱਦਾਂ ਵਰਖਾ ਜਿਹੜੀ ਧਨ ਦੀ ਉਹ ਮਸੰਦ ਕਰ ਰਹੇ ਹਨ। ਆਵਤ ਉਪਰ ਕੋ ਬਰਖਾਵਤ। ਇੱਦਾਂ ਆਉਂਦੇ ਹੋਏ ਤੇ ਮੁੱਠਾਂ ਭਰ ਭਰ ਕੇ ਜਿਹੜੀ ਮਾਇਆ ਸੋਨਾ ਚਾਂਦੀ ਉਹਦੀਆਂ ਮੁੱਠੀਆਂ ਭਰ ਭਰ ਕੇ ਉੱਪਰ ਨੂੰ ਸੁੱਟੀਆਂ ਜਾ ਰਹੀਆਂ ਹਨ। ਆਗੇ ਕਰਿਓ ਸਭ ਹੂਣ ਤੇ ਡੋਰਾ। ਇੱਦਾਂ ਡੋਲਾ ਤੁਰ ਪਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗਰੀਬ ਨਵਾਜ ਤੁਰੇ ਜਾਂਦੇ ਆ ਤੇ ਇਸ ਤਰ੍ਹਾਂ ਡੋਲਾ ਜਿਹੜਾ ਹੈ
ਉਹ ਅੱਗੇ ਅੱਗੇ ਲਾ ਕੇ ਤੋਰ ਦਿੱਤਾ ਗਿਆ ਹੈ ਜੀ। ਪੰਥ ਪਰੇ ਪੁਰ ਆਨੰਦ ਕੇਰ। ਪਾਤਸ਼ਾਹ ਜੀ ਗੁਰੂ ਕੇ ਲਾਹੌਰ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਪੈ ਗਏ ਹਨ। ਬਿਲੋਚਨ ਲਾਗ ਰਹੇ ਤਿਤ ਓਰਾ। ਤੇ ਜਿਹੜੀ ਸੰਗਤ ਪਿੱਛੇ ਗੁਰੂ ਕੇ ਲਾਹੌਰ ਰਹਿ ਗਈ ਉਹ ਉਧਰ ਹੀ ਵੇਖੀ ਜਾਂਦੀ ਹੈ। ਭਾਵ ਮਹਾਰਾਜ ਜਾ ਰਹੇ ਆ ਤੇ ਸੰਗਤਾਂ ਮਹਾਰਾਜ ਨੂੰ ਜਾਂਦਿਆਂ ਹੋਇਆਂ ਵੇਖਦੀਆਂ ਤੇ ਉਧਰ ਹੀ ਨੇਤਰ ਲਾਏ ਹੋਏ ਹਨ ਜੀ। ਹੋਤ ਕੋਲਾਹਲ ਧੂਰ ਉੱਡੀ। ਬੜਾ ਰੌਲਾ ਪੈਂਦਾ ਹੈ, ਧੌਂਸੇ ਨਗਾਰੇ ਵੱਜਦੇ, ਇਕੱਠ ਬਹੁਤ ਹੈ ਤੇ ਬੜੀ ਭਾਰੀ ਧੂੜ ਉੱਡ ਰਹੀ ਹੈ ਘੋੜਿਆਂ ਦੇ ਪੈੜਾਂ ਨਾਲ। ਗੁਰ ਦੇਖ ਟਿਕਾਏ ਲਿਓ ਨਿਜ ਘੋਰਾ। ਏਦਾਂ ਖਾਲਸਾ ਜੀ ਉਹ ਧੂੜ ਜੀ ਉੱਡ ਜੀ ਵੇਖੀ ਤੇ ਗੁਰੂ ਕਲਗੀਧਰ ਸਾਹਿਬ ਨੇ ਧੂੜ ਉੱਡਦੀ ਜਾਣ ਕੇ ਇੱਕ ਵਾਰੀ ਆਪਦਾ ਘੋੜਾ ਰੋਕ ਲਿਆ ਹੈ। ਸੰਗ ਬਰਾਤ ਪ੍ਰਿਆਤ ਸੋ ਮਾਰਗ। ਏਦਾਂ ਮਹਾਰਾਜ ਕੁਝ ਰੋਕ ਕੇ ਤੇ ਫਿਰ ਬਰਾਤ ਦੇ ਨਾਲ ਨਾਲ ਧੂੜ ਜੀ ਬਹਿ ਗਈ ਤੇ ਫਿਰ ਤੁਰ ਪਏ ਹਨ। ਹੋਇ ਮਨ ਬੀਚ ਆਨੰਦ ਨਾ ਥੋਰਾ। ਏਦਾਂ ਮਨ ਦੇ ਵਿੱਚ ਸੰਗਤਾਂ ਸਿੱਖਾਂ ਦੇ ਆਨੰਦ ਥੋੜਾ ਨਹੀਂ ਹੈ। ਗੁਰੂ ਕੀ ਬਰਾਤ ਵਾਪਸ ਮੁੜ ਰਹੀ ਹੈ ਤੇ ਏਦਾਂ ਸੰਗਤਾਂ ਜਿਹੜੀਆਂ ਨਾਲ ਗਈਆਂ ਉਹਨਾਂ ਦੇ ਮਨ ਵਿੱਚ ਵੀ ਤੇ ਜਿਹੜੀ ਸੰਗਤ ਪਿੱਛੇ ਗੁਰੂ ਕੇ ਲਾਹੌਰ ਰਹਿ ਗਈ ਹੈ ਉਹਨਾਂ ਸਾਰਿਆਂ ਦੇ ਮਨ ਵਿੱਚ ਥੋੜਾ ਆਨੰਦ ਨਹੀਂ, ਭਾਵ ਬਹੁਤਾ ਹੈ। ਜਿਉ ਧਨ ਡਾਰਤ ਜਾਤ ਭਏ। ਏਦਾਂ ਸਿੱਖ ਮਸੰਦ ਧਨ ਦੀਆਂ ਥੈਲੀਆਂ ਫੜੀਆਂ ਹੋਈਆਂ ਤੇ ਮਾਇਆ ਦੀ ਵਰਖਾ ਕਰਦੇ ਤੁਰੇ ਜਾਂਦੇ ਐ। ਇਮ ਆਵਤ ਭੀ ਬਰਖਾਏ ਬਿਸਾਲਾ। ਏਦਾਂ ਜਿਵੇਂ ਵਰਖਾ ਨਹੀਂ ਆਉਂਦੀਗੀ, ਜਿਵੇਂ ਜਾਂਦਿਆਂ ਸੁੱਟਦੇ ਗਏ ਨਾ ਧਨ, ਜਦੋਂ ਬਰਾਤ ਆਈ ਹੈ ਗੁਰੂ ਕੇ ਲਾਹੌਰ ਉਵੇਂ ਹੀ ਹੁਣ ਤੁਰੇ ਆ ਗੁਰੂ ਕੇ ਲਾਹੌਰ ਤੋਂ ਅਨੰਦਪੁਰ ਸਾਹਿਬ ਨੂੰ। ਮਨੋਂ ਮੀਂਹ ਪੈਂਦਾ ਹੈ, ਆਉਂਦਿਆਂ ਜਾਂਦਿਆਂ 2 ਵਾਰੀ ਖੁੱਲੀ ਮਾਇਆ ਵਰਤਾਈ ਗਈ ਹੈ। ਜਾਚਕ ਦਾਰਿਦ ਦੂਰ ਦਿਓ ਕਰ। ਜਿਹੜੇ ਕੋ ਮੰਗਤੇ ਹੈ ਨਾ ਗਰੀਬ ਗੁਰਬੇ, ਉਹਨਾਂ ਸਾਰਿਆਂ ਦਾ ਜਿਹੜਾ ਹੈ ਨਾ ਹੈ ਉਹ ਸਭ ਦੂਰ ਕਰ ਦਿੱਤਾ। ਗਰੀਬੀ ਹੁੰਦੀ ਜਿਹੜੀ, ਸਭ ਦੀ ਗਰੀਬੀ ਜਿਹੜੀ ਹੈ ਉਹ ਦੂਰ ਕਰ ਦਿੱਤੀ ਗਈ ਹੈ। ਜੈ ਜੈਕਾਰ ਹੁੰਦੀ ਹੈ। ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਹੈ ਜੀ। ਜੇ ਤਹ ਆਏ ਗਏ ਤਤਕਾਲਾ। ਜਿਹੜੇ ਆ ਗਏ ਉਸ ਸਮੇਂ ਉਹਨਾਂ ਦੀ ਗਰੀਬੀ ਫਿਰ ਪਾਤਸ਼ਾਹ ਨੇ ਦੂਰ ਕਰ ਦਿੱਤੀ ਹੈ। ਬਾਕੀ ਜਿਹੜੇ ਕੋ ਰਹਿ ਗਏ ਘਰੇ ਬੈਠੇ ਬਿਠਾਏ, ਜਿਹੜੇ ਮਹਾਰਾਜ ਦੇ ਪਾਸ ਘਰ ਆ ਗਏ ਵੀ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰ ਲਈਏ, ਉਹਨਾਂ ਸਾਰਿਆਂ ਨੂੰ ਖੁੱਲੀ ਮਾਇਆ ਦੇ ਦੇ ਕੇ ਪਾਤਸ਼ਾਹ ਨੇ ਗਰੀਬੀ ਦੂਰ ਕਰ ਦਿੱਤੀ ਹੈ। ਬ੍ਰਿੰਦ ਆਨੰਦਪੁਰੇ ਮੈਂ ਆਨੰਦ। ਏਦਾਂ ਸੰਗਤ ਜੀ ਇਹ ਤਾਂ ਗੁਰੂ ਕੇ ਲਾਹੌਰ ਦੀ ਆਪ ਜੀ ਨੇ ਕਥਾ ਸੁਣੀ ਹੈ। ਹੁਣ ਜਦੋਂ ਗੁਰੂ ਕੇ ਲਾਹੌਰ ਤੋਂ ਬਰਾਤ ਤੁਰ ਪਈ ਆ ਆਨੰਦਪੁਰ ਸਾਹਿਬ ਨੂੰ, ਹੁਣ ਆਨੰਦਪੁਰ ਸਾਹਿਬ ਕੀ ਹੋ ਰਿਹਾ ਕਵੀ ਜੀ ਉਹ ਦੱਸਦੇ ਆ। ਕਹਿੰਦੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਸਾਹਿਬ ਕਦੋਂ ਬਰਾਤ ਲੈ ਕੇ ਆਉਣਗੇ ਮਾਤਾ ਜੀਤ ਕੌਰ ਨੂੰ ਵਿਆਹ ਕੇ। ਤੇ ਸਾਰੇ ਸਿੱਖ ਸ੍ਰੀ ਅਨੰਦਪੁਰ ਸਾਹਿਬ ਖਾਸ ਕਰ ਜ਼ਿਆਦਾ ਮਾਈਆਂ ਸਨ, ਮਾਤਾਵਾਂ, ਉਹ ਉਡੀਕ ਕਰਦੇ ਆ ਵੀ ਗੁਰੂ ਕਲਗੀਧਰ ਸਾਹਿਬ ਜੀ ਜਦੋਂ ਆਉਣਗੇ ਤੇ ਅਸੀਂ ਦਰਸ਼ਨ ਮੇਲੇ ਕਰਾਂਗੇ। ਤਾਂ ਸ੍ਰੀ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਬੜੇ ਚਾਅ ਨਾਲ ਮਹਾਰਾਜ ਦੀ ਉਡੀਕ ਕਰਦੀਆਂ ਹਨ। ਬਿਲੰਦਹ ਪ੍ਰੀਤ ਪ੍ਰਤੀਖਤ ਬਾਲਾ। ਬਹੁਤ ਮਾਈਆਂ ਜ਼ਿਆਦਾਤਰ ਮਾਤਾਵਾਂ ਉਹ ਕਿਉਂ ਉੱਥੇ ਅਨੰਦਪੁਰ ਰਹਿ ਗਈਆਂ ਸਨ, ਬਰਾਤ ਗਈ ਤੇ ਮਹਾਰਾਜ ਨਾਲ ਸਿੱਖ ਗਏ ਸਨ ਬਰਾਤ, ਤੇ ਜਿਹੜੀਆਂ ਮਾਈਆਂ ਸੰਗਤ ਵਿੱਚ ਰਹਿ ਗਈਆਂ ਇੱਥੇ ਅਨੰਦਪੁਰ ਸਾਹਿਬ ਉਹ ਗੁਰੂ ਕਲਗੀਧਰ ਸਾਹਿਬ ਜੀ ਦੀ ਬਰਾਤ ਦੀ ਉਡੀਕ ਕਰ ਰਹੀਆਂ ਹਨ। ਮੰਦਰ ਮੇਘਨ ਤੇ ਉਮੜੀ। ਤੇ ਹੁਣ ਦੂਰੋਂ ਵੇਖਣ ਵਾਸਤੇ ਨਾ ਤਾਂ ਚੜੀਆਂ ਹੋਈਆਂ ਮਾਈਆਂ ਛੱਤਾਂ ਤੇ ਨੇਤਰ ਲਾ ਲਾ ਕੇ ਨਜ਼ਰ ਵੇਂਦੀਆਂ ਦੂਰ ਤੱਕ ਗੁਰੂ ਕੇ ਲਾਹੌਰ ਵੱਲ ਵੀ ਕਿਤੇ ਗੁਰੂ ਕਲਗੀਧਰ ਸਾਹਿਬ ਜੀ ਦੀ ਬਰਾਤ ਦਿਸ ਜਾਏ। ਕਿਉਂ ਨਗਾਰੇ ਵੱਜਦੇ ਉਹ ਤਾਂ ਸੁਣਦੇ ਆ, ਅਜੇ ਬਰਾਤ ਨਹੀਂ ਦੀਦੀ। ਤੇ ਮਾਈਆਂ ਕਹਿੰਦੇ ਉੱਚੇ ਮੰਦਰਾਂ ਤੇ ਉੱਚੀਆਂ ਮਹੱਲਾਂ ਤੇ ਅਟਾਰੀਆਂ ਤੇ ਚੜ ਚੜ ਕੇ ਵੇਖਦੀਆਂ ਹਨ। ਧੜਤਾ ਬਹੁ ਰੂਪ ਭਈ ਚੱਲ ਚੱਲਾ। ਤੇ ਪ੍ਰਮਾਣ ਕਵੀ ਜੀ ਦਿੰਦੇ ਵੀ ਜਿਵੇਂ ਮੰਦਰ ਰੂਪੀ ਮੇਘ ਹੈ, ਭਾਵ ਜਿਹੜੇ ਘਰ ਨੇ ਉਹ ਤਾਂ ਹੈ ਨੇ ਬੱਦਲ, ਤੇ ਬੱਦਲਾਂ ਘਰਾਂ ਦੇ ਵਿੱਚੋਂ ਮਾਈਆਂ ਵੇਂਦੀਆਂ ਨੇ ਨਾ ਛੱਤਾਂ ਤੇ ਚੜ ਕੇ, ਉਸ ਘਰ ਬੱਦਲ ਆ ਤੇ ਮਾਈਆਂ ਮਾਨੋ ਜਿਵੇਂ ਬਿਜਲੀ ਹੁੰਦੀ ਲਿਸ਼ਕਦੀ, ਇਸ ਤਰ੍ਹਾਂ ਨਵੇਂ ਕੱਪੜੇ ਬਸਤਰ ਪਹਿਨੇ ਹੋਏ ਆ, ਸੁੰਦਰ ਸਰੂਪ ਹੈ, ਚੰਚਲ ਦਾ ਦੇ ਸਹਿਤ ਉੱਚੀਆਂ ਅਟਾਰੀਆਂ ਤੇ ਚੜ ਚੜ ਕੇ ਮਾਤਾਵਾਂ ਮਾਈਆਂ ਵੇਂਦੀਆਂ ਜਿਵੇਂ ਬੱਦਲਾਂ ਦੇ ਵਿੱਚੋਂ ਬਦਲੀ ਲਿਸ਼ਕਦੀ ਹੈ, ਇਸ ਤਰ੍ਹਾਂ ਘਰਾਂ ਦੀਆਂ ਅਟਾਰੀਆਂ ਦੇ ਉੱਪਰ ਸੰਗਤ ਬੈਠੀ ਹੋਈ ਹੈ। ਤਬ ਸ੍ਰੀ ਗੁਜਰੀ ਨਿਜ ਆਨੰਦ ਨੁਖਾ ਜੁਤ। ਏਦਾਂ ਹੁਣ ਮਾਤਾ ਗੁਜਰ ਕੌਰ ਜੀ ਨੂੰ ਬਹੁਤ ਚਾਉ ਚੜਿਆ ਆਪਣੇ ਸਾਹਿਬਜ਼ਾਦੇ ਗੁਰੂ ਕਲਗੀਧਰ ਸਾਹਿਬ ਨੂੰ ਵੇਖਣ ਦਾ, ਤੇ ਨਾਲ ਨਵੀਂ ਵਿਆਹੁਤਾ ਨੂੰ ਵੇਖਣ ਦਾ ਬੜਾ ਚਾਉ ਹੈ। ਦੇਖਣ ਕੋ ਉਤਲਾਵਤ ਹੈ। ਤੇ ਮਾਤਾ ਜੀ ਦਾ ਵੀ ਮਨ ਕਾਹਲਾ ਪੈਂਦਾ ਹੈ
ਵੀ ਕਦੋਂ ਮੈਂ ਗੁਰੂ ਕਲਗੀਧਰ ਸਾਹਿਬ ਪੁੱਤਰ ਨੂੰ ਵੇਖਾਂਗੀ ਆਪਣੀ ਨੂੰਹ ਦੇ ਸਮੇਤ। ਬਹੁ ਮੇਲ ਭਇਓ ਅਬਲਾ ਗਨ ਕੋ। ਇਹਦੇ ਮਨ ਵਿੱਚ ਉਤਸ਼ਾਹ ਕਰਦੇ, ਚਾਉ ਕਰਦੇ, ਬੜਾ ਮੇਲ ਇਕੱਠਾ ਹੋ ਰਿਹਾ ਹੈ। ਬੜੀਆਂ ਸੰਗਤਾਂ ਮਾਤਾ ਜੀ ਦੇ ਨਾਲ ਇਕੱਠੀਆਂ ਹੋ ਰਹੀਆਂ ਹਨ ਗਾਵਤ ਗੀਤਨ ਗਾਵਤ ਤੇ ਹੈ। ਬਹੁਤ ਭਾਰੀ ਉਤਸ਼ਾਹ ਚੜ ਰਿਹਾ। ਉੱਚੀ ਉੱਚੀ ਜਿਹੜੇ ਸੁਹਾਗ ਗਾਏ ਜਾ ਰਹੇ ਐ। ਲਖ ਤੁੰਗ ਅਟਾਰਨ ਪੈ ਚੜ੍ਹ ਕੇ। ਏਦਾਂ ਉੱਚੀਆਂ ਅਟਾਰੀਆਂ ਦੇ ਉੱਪਰ ਚੜ ਕੇ ਮਾਈਆਂ ਜਿੰਨੀਆਂ ਸੰਗਤਾਂ ਗੁਰੂ ਕਲਗੀਧਰ ਸਾਹਿਬ ਦਾ ਰਾਹ ਢੀਕਦੀਆਂ ਹਨ ਦਿਸ ਆਵਤ ਕੀ ਦ੍ਰਿਘ ਲਾਵਤ ਤੇ ਹੈ। ਉਧਰੋਂ ਸਾਧ ਸੰਗ ਦੀ ਬਰਾਤ ਦਿਸ ਪਈ। ਜਦੋਂ ਦਿਸੀ ਬਰਾਤ ਤੇ ਜਿੱਧਰੋਂ ਬਰਾਤ ਆਉਂਦੀ ਹੈ ਉਸ ਪਾਸੇ ਨੂੰ ਵੀ ਦੂਰੋਂ ਕੋਈ ਨਜ਼ਰ ਪੈ ਜਾਵੇ, ਖੌਰੇ ਮਹਾਰਾਜ ਦੇ ਦਰਸ਼ਨ ਹੋ ਜਾਣ ਤੇ ਮਾਤਾ ਜੀਤ ਕੌਰ ਦੇ ਦਰਸ਼ਨ ਹੋ ਜਾਣ। ਇੱਦਾਂ ਦੂਰੋਂ ਜਦੋਂ ਬਰਾਤ ਦਿਸੀ ਤੇ ਮਾਈਆਂ ਖੁਸ਼ ਹੋ ਗਈਆਂ। ਜੋ ਸੰਗਤ ਛੱਤਾਂ ਤੇ ਚੜ੍ਹੀ ਹੋਈ ਹੈ ਉਧਰਲੇ ਪਾਸੇ ਨੇਤਰ ਲਾਏ ਹੋਏ ਹੈ, ਉਧਰਲੇ ਪਾਸੇ ਨਿਗਾਹ ਲਾਈ ਹੋਈ ਹੈ ਹਰ ਖਾਵਤ ਹੈ ਬਤਰਾਵਤ ਤੇ ਹੈ। ਬੜੀਆਂ ਖੁਸ਼ ਹੁੰਦੀਆਂ ਸੰਗਤਾਂ ਇੱਕ ਦੂਜੇ ਨੂੰ ਇਸ ਤਰ੍ਹਾਂ ਕਹਿ ਰਹੀਆਂ ਹਨ। ਇਹ ਚੌਰ ਟੁਰਿਓ ਦਿਖਰਾਵਤ ਹੈ। ਕਹਿੰਦੇ ਵੀ ਆਹ ਵੇਖੋ ਸੰਗਤ ਜੀ, ਚੌਰ ਸਾਹਿਬ ਹੁੰਦਾ ਆਉਂਦਾ। ਉਹ ਹੈ ਗੁਰੂ ਕਲਗੀਧਰ ਸਾਹਿਬ ਜਿਨ੍ਹਾਂ ਦੇ ਸੀਸ ਦੇ ਉੱਪਰ ਚੌਰ ਸਾਹਿਬ ਹੁੰਦਾ ਆਉਂਦਾ ਹੈ। ਇਹ ਜ਼ਰੂਰ ਗੁਰੂ ਕਲਗੀਧਰ ਸਾਹਿਬ ਜੀ ਹਨ। ਹੋਤ ਕੁਲਾਹਲ ਨਾਦ ਮਹਾ। ਏਦਾਂ ਬੜੇ ਨਗਾਰੇ ਵੱਜਦੇ ਆਉਂਦੇ ਆ, ਨਰਸਿੰਗੇ ਵੱਜਦੇ ਆਉਂਦੇ ਆ, ਸ਼ੰਖ ਜਿਹੜੇ ਬੜੀ ਆਵਾਜ਼ ਉਠਾ ਰਹੇ ਹਨ। ਗਨ ਬਾਦਿਤ ਬਾਜ ਸੁਨਾਵਤ ਹੈ। ਨਗਾਰੇ ਧੌਂਸੇ ਵੱਜਦੇ ਜਦ ਬੜੀ ਆਵਾਜ਼ ਕੰਨਾਂ ਵਿੱਚ ਸੁਣੀ ਪੈਂਦੀ ਤੇ ਉਹ ਜਿੱਥੇ ਚੌਰ ਸਾਹਿਬ ਹੁੰਦਾ ਆਉਂਦਾ ਨਾ ਚਿੱਟੇ ਰੰਗ ਦਾ, ਇਹ ਜ਼ਰੂਰ ਸਾਡੇ ਕਲਗੀਧਰ ਪਾਤਸ਼ਾਹ ਜੀ ਹਨ। ਰੰਗ ਅਨੇਕ ਨਿਸ਼ਾਨਨ ਕੇ ਫਿਰ ਪਟ। ਅਨੇਕਾਂ ਤਰ੍ਹਾਂ ਦੇ ਨਿਸ਼ਾਨ ਸਾਹਿਬ ਦੇ ਕੱਪੜੇ, ਭਾਵ ਉਹ ਕੱਪੜੇ ਜੇ ਖੁੱਲੇ ਹੋਏ ਜਿਹਨੂੰ ਫਰਲਾ ਕਹਿ ਦਿੰਦੇ ਜਾਂ ਜਿਹੜਾ ਉੱਪਰਲਾ ਨਿਸ਼ਾਨ ਹੁੰਦਾ ਬਸਤਰ, ਉਹ ਨਿਸ਼ਾਨ ਸਾਹਿਬ ਦੇ ਬਸਤਰ ਜਿਹੜੇ ਉਹ ਹਵਾ ਦੇ ਨਾਲ ਲਟ ਪਏ ਕਰਦੇ ਹਨ। ਵਾਯੂ ਲੱਗੇ ਫਹਰਾਵਤ ਤੇ ਹੈ। ਨੀਲੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਐ ਜਦੋਂ ਹਵਾ ਲੱਗਦੀ ਐ ਫਰਲਿਆਂ ਨੂੰ ਤੇ ਨਿਸ਼ਾਨ ਸਾਹਿਬ ਦੇ ਬਸਤਰ ਫਟ ਕਰਕੇ ਝੂਲਦੇ ਐ। ਧੂਲ ਉਠੈ ਬਟ ਧੂਮ ਪਰੈ ਬਟ। ਬੜੀ ਧੂਮ ਪੈਂਦੀ ਐ, ਪਰੈ ਤੈ ਵਿਸ਼ਰਾਮ ਐ। ਧੂਲ ਉਠੈ ਬੜ ਧੂਮ ਪਰੈ, ਬੜੀ ਧੂਮ ਪੈਂਦੀ ਐ। ਘੋੜਿਆਂ ਦੇ ਚੱਲਣ ਨਾਲ ਪੌੜਾਂ ਦੀ ਆਵਾਜ਼ ਆਉਂਦੀ ਹੈ ਤੇ ਪੌੜਾਂ ਦੇ ਨਾਲ ਧੂੜ ਉੱਡ ਕੇ ਅਸਮਾਨ ਨੂੰ ਚੜ ਰਹੀ ਹੈ। ਭਟ ਸੰਗ ਤੁਰੰਗ ਨਚਾਵਤ ਤੇ ਹੈ। ਭਟ ਕਹੀਏ ਸੂਰਮੇ ਘੋੜਿਆਂ ਤੇ ਚੜੇ ਹੋਏ ਐ। ਬੜੇ ਘੋੜੇ ਨਚਾਉਂਦੇ ਐ, ਘੋੜਿਆਂ ਨੂੰ ਦੌੜਾਉਂਦੇ, ਕੋਈ ਅੱਗੇ ਆ ਜਾਂਦਾ ਹੈ, ਕੋਈ ਕਿਸੇ ਪਾਸੇ ਪਿੱਛੇ ਰਹਿ ਜਾਂਦਾ ਹੈ। ਬਾਗੇ ਸੁਹਾਵਤ ਭਾਵਤ ਹੈ। ਤੇ ਚਿੱਟੇ ਰੰਗ ਦੇ ਚੋਲੇ ਪਾਏ ਹੋਏ ਐ, ਉਹ ਸੁਹਾਵਤ ਕਹੀਏ ਸੋਭਾ ਪਾਉਂਦੇ ਆ ਬਰਾਤ ਵਾਲਿਆਂ ਦੇ। ਬਿਹਸਾਵਤ ਚਾਵਤ ਆਵਤ ਹੈ। ਵਿਸ਼ੇਸ਼ ਕਰਕੇ ਹਸਾਵਤ ਹੱਸਦੇ ਆਉਂਦੇ, ਚਾਵਤ ਕਹੀਏ ਬੜਾ ਮਨ ਵਿੱਚ ਚਾਉ ਹੈ ਜੀ। ਛੜ ਓਕਨ ਪੈ ਅਵਲੋਕਤ ਲੋਕ। ਏਦਾਂ ਖਾਲਸਾ ਜੀ ਮਹਾਰਾਜ ਦੀ ਬਰਾਤ ਆਉਂਦੀ ਹੈ ਤੇ ਓਕਨ ਕਹੀਏ ਘਰਾਂ ਦੇ ਉੱਪਰ ਛੱਤਾਂ ਦੇ ਚੜ ਕੇ ਉੱਪਰ ਆਨੰਦਪੁਰ ਸਾਹਿਬ ਦੀ ਸਿੱਖ ਸੰਗਤ ਬਰਾਤ ਆਉਂਦੀ ਵੇਖ ਰਹੀ ਹੈ। ਤ੍ਰਿਆ ਨਿਜ ਦਵਾਰਨ ਦਵਾਰ ਖਰੀ। ਜਿੰਨੀਆਂ ਮਾਈਆਂ ਸਭ ਆਪੋ ਆਪਣੇ ਦਰਵਾਜ਼ਿਆਂ ਦੀ, ਕੋਈ ਛੱਤਾਂ ਤੇ ਚੜਿਆ ਹੈ, ਕੋਈ ਆਪਣੇ ਦਰਵਾਜ਼ਿਆਂ ਮੂਹਰੇ ਖੜਾ ਹੋਇਆ ਹੈ। ਪੁਰ ਬੀਚ ਪ੍ਰਵੇਸ਼ ਭਏ ਕਲਗੀਧਰ। ਗੁਰੂ ਕਲਗੀਧਰ ਸਾਹਿਬ ਨੇ ਇੱਥੋਂ ਦੀ ਲੰਘਣਾ ਸਾਡੇ ਦਰਵਾਜ਼ੇ ਅੱਗੋਂ ਦੀ, ਉਹ ਗਲੀਆਂ ਦੇ ਵਿੱਚ ਭੀੜ ਲੱਗੀ ਹੋਈ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਬਰਾਤ ਲੈ ਕੇ ਤੇ ਨਗਰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੜ ਆਏ ਐ। ਭੀੜ ਬਾਜ਼ਾਰ ਬੇਲੰਦ ਗਰੀ। ਮਹਾਰਾਜ ਪਹਿਲਾਂ ਬਾਜ਼ਾਰ ਵਿੱਚ ਵੜੇ। ਬਾਜ਼ਾਰ ਤੇ ਗਲੀਆਂ ਵਿੱਚ ਬੜੀ ਦਰਸ਼ਨ ਵਾਲੀਆਂ ਸੰਗਤਾਂ ਦੀ ਭੀੜ ਲੱਗ ਗਈ ਹੈ। ਗਨ ਫੂਲਨ ਅੰਜਲ ਕੋ ਭਰ ਕੇ। ਤਿਆਰੀ ਕੀਤੀ ਸਿੱਖਾਂ ਪਹਿਲਾਂ ਹੀ ਤੇ ਫੁੱਲਾਂ ਦੀਆਂ ਬੁੱਕਾਂ ਭਰ ਕੇ ਸੰਗਤ ਗੁਰੂ ਕਲਗੀਧਰ ਸਾਹਿਬ ਦੇ ਉੱਪਰੋਂ ਦੀ ਤੇ ਮਾਤਾ ਜੀਤ ਕੌਰ ਦੇ ਡੋਲੀ ਜਿਹਦੇ ਵਿੱਚ ਬੈਠੇ ਮਾਤਾ ਜੀ, ਉਹਦੇ ਉੱਪਰ ਬੁੱਕਾਂ ਭਰ ਕੇ ਫੁੱਲਾਂ ਦੀਆਂ ਸੰਗਤ ਵਰਸਾਉਂਦੀ ਆ ਛੱਤਾਂ ਦੇ ਉੱਤੋਂ ਦੀ। ਗੁਰੂ ਉਪਰ ਗੇਰਤ ਮੋਦ ਭਾਈ। ਧੰਨ ਗੁਰੂ ਕਲਗੀਧਰ ਸਾਹਿਬ ਇਸ ਸੁਭਾਗੀ ਜੋੜੀ ਦੇ ਉੱਪਰ ਦੀ ਬੜਾ ਭਾਰੀ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ। ਸਿੱਖਾਂ ਸੰਗਤਾਂ ਦੇ ਅੰਦਰ ਬੜਾ ਆਨੰਦ ਭਰਿਆ ਹੋਇਆ ਹੈ। ਜਨ ਲਾਗ ਝਰੀ ਇਸ ਰੀਤ ਪਰੀ। ਕਵੀ ਰਾਜ ਕਹਿੰਦੇ ਏਦਾਂ ਜਾਣੋ ਜਿਵੇਂ ਝੜੀ ਲੱਗ ਗਈ ਹੈ ਬੜੀ ਸੁੰਦਰ ਹੀ। ਬਰਖਾ ਸੋ ਕਰੀ ਦੁਤ ਹੋਤ ਖਰੀ। ਤੇ ਵਰਖਾ ਹੋ ਰਹੀ ਹੈ ਇਦਾਂ ਖਰੀ ਸੁੰਦਰ ਦੁੱਤ ਸੋਭਾ ਹੈ ਮਹਾਰਾਜ ਦੀ। ਜਿਵੇਂ ਵਰਖਾ ਹੁੰਦੀ ਝੜੀ ਦੇ ਵਿੱਚ ਨਿੱਕਾ ਮੀਂਹ ਪਈ ਜਾਂਦਾ ਹੈ ਰਸ, ਇਦਾਂ ਗੁਰੂ ਕਲਗੀਧਰ ਸਾਹਿਬ ਦੇ ਉੱਪਰ ਮੱਠੀ ਫੁੱਲਾਂ ਦੀ ਵਰਖਾ ਹੋਈ ਤੁਰੀ ਜਾਂਦੀ ਹੈ। ਦੋਹਰਾ
ਇਮ ਬਰਾਤ ਪ੍ਰਵਿਸ਼ੀ ਸਕਲ। ਏਦਾਂ ਖਾਲਸਾ ਜੀ ਗੁਰੂ ਕਲਗੀਧਰ ਸਾਹਿਬ ਜੀ ਦੀ ਬਰਾਤ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ ਵੜੀ ਹੈ। ਰਥ ਹੈ ਬਹਿਲ ਸਮਾਜ। ਰਥ ਗਏ ਬਰਾਤ ਵਿੱਚ, ਘੋੜੇ ਐ, ਹੋਰ ਕੋਈ ਬਲਦ ਗੱਡੀਆਂ ਵੀ ਆਈਆਂ ਹਨ। ਮਹਿਦ ਆਨੰਦ ਆਨੰਦਪੁਰ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੜਾ ਭਾਰੀ ਆਨੰਦ ਖੇੜਾ ਹੈ, ਕਿਰਪਾ ਪਾਈ ਮਹਾਰਾਜ। ਕਿਉਂਕਿ ਗੁਰੂ ਕਲਗੀਧਰ ਸਾਹਿਬ ਜੀ ਦੀ ਕਿਰਪਾ ਪ੍ਰਾਪਤ ਹੋ ਗਈ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਵੀ ਚੜ੍ਹਦੀ ਕਲਾ ਤੇ ਗੁਰੂ ਕੇ ਲਾਹੌਰ ਵਿੱਚ ਵੀ ਜੈ ਜੈਕਾਰ ਹੋ ਗਈ ਹੈ। ਬਾਦਤ ਡੋਰੇ ਅਗਰ ਸਭ। ਏਦਾਂ ਸੰਗਤ ਜੀ ਡੋਲਾ ਜਿਹੜਾ, ਡੋਲੇ ਦੇ ਅੱਗੇ ਅੱਗੇ ਸਾਰੇ ਨਗਾਰੇ ਵੱਜਦੇ ਆਉਂਦੇ ਆ, ਪਾਛਾ ਦੂਲਹ ਚੰਦ। ਤੇ ਪਿੱਛੇ ਦੂਲਾ ਰੂਪ ਵਿੱਚ ਧੰਨ ਗੁਰੂ ਕਲਗੀਧਰ ਸਾਹਿਬ ਚੰਦ ਦੇ, ਜਿਨ੍ਹਾਂ ਦਾ ਚਿਹਰਾ ਪੁੰਨਿਆਂ ਦੇ ਚੰਦ ਵਰਗਾ ਹੈ। ਸਭ ਬਰਾਤ ਪਛਾਤ ਚੱਲ। ਉਸ ਤੋਂ ਪਿੱਛੇ ਪਿੱਛੇ ਸਾਰੀ ਬਰਾਤ ਆ ਰਹੀ ਹੈ। ਕਰਤ ਤੁਡੰਗਮ ਤੁੰਦ। ਤੇ ਜਿਹੜੇ ਘੋੜੇ ਐ ਉਹ ਬਹੁਤ ਭਾਰੀ ਤੇਜ਼ੀ ਕਰ ਰਹੇ ਹਨ। ਦੋਹਰਾ ਗੁਜਰੀ ਰਿਦਾ ਪ੍ਰਮੋਦ ਧਰ। ਇੱਕ ਮਾਈ ਨੇ ਜਾ ਕੇ, ਦਾਸੀ ਨੇ ਦੱਸਿਆ, ਮਾਤਾ ਗੁਰੂ ਕਲਗੀਧਰ ਸਾਹਿਬ ਆ ਗਏ, ਬਰਾਤ ਆ ਗਈ ਹੈ। ਸੁਣ ਕੇ ਧੰਨ ਮਾਤਾ ਗੁਜਰ ਕੌਰ ਜੀ ਬੜੇ ਆਨੰਦ ਸਹਿਤ ਹੋਏ, ਬੜੇ ਚਾਉ ਚੜੇ ਹਨ। ਚਹੂ ਕੋਦ ਗਨ ਨਾਰ। ਤੇ ਮਾਤਾ ਜੀ ਦੇ ਚਾਰ ਚਫੇਰੇ ਬੜੀਆਂ ਮਾਈਆਂ ਇਕੱਠੀਆਂ ਹੋ ਰਹੀਆਂ ਹਨ। ਤਿਆਗ ਸਦਨ ਨਿਜ ਪੌਰ ਕੋ। ਮਾਤਾ ਜੀ ਘਰ ਛੱਡ ਕੇ ਜਿੱਥੇ ਬੈਠੇ ਸੀ ਤੇ ਆਪਣੇ ਘਰ ਦੇ ਦਰਵਾਜ਼ੇ ਤੇ ਆ ਗਏ, ਡਿਉੜੀ ਤੇ ਆ ਗਏ ਹਨ ਜੀ। ਮਿਲੀ ਆਏ ਅਗਵਾਰ। ਤੇ ਸੰਗਤ ਨਗਰ ਦੀਆਂ ਮਾਈਆਂ ਜਿੰਨੀਆਂ ਵੀ ਇੱਥੇ ਰਹਿ ਗਈਆਂ ਸਨ, ਉਹ ਸਾਰੀਆਂ ਪਤਾ ਲੱਗਿਆ ਬਰਾਤ ਆ ਗਈ ਹੈ, ਸਭ ਮਾਈਆਂ ਭੱਜ ਭੱਜ ਕੇ ਮਾਤਾ ਗੁਜਰ ਕੌਰ ਜੀ ਦੇ ਕੋਲ ਪਹੁੰਚ ਗਈਆਂ ਹਨ। ਚੌਪਈ ਵੱਡੇ ਗੁਰਨ ਜਹਾਂ ਥਾਨ ਸੁਹਾਵਨ। ਸੰਗਤ ਜੀ ਜਦੋਂ ਬਰਾਤ ਆ ਗਈ ਹੁਣ ਪਿੰਡ ਵਿੱਚ ਵਾੜਾ ਹੀ ਅਨੰਦਪੁਰ ਸਾਹਿਬ ਨਗਰ ਵਿੱਚ, ਤੇ ਮਾਤਾ ਗੁਜਰ ਕੌਰ ਜੀ ਸੋਚਦੇ ਜਿਹੜਾ ਵੱਡੇ ਸਤਿਗੁਰੂ ਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਹੈ, ਜਿਹਨੂੰ ਅਸੀਸਗੰਜ ਸਾਹਿਬ ਕਹਿ ਦਿੰਦੇ ਆ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਹੋਇਆ ਨਾ ਅਨੰਦਪੁਰ ਸਾਹਿਬ, ਉਸ ਪਵਿੱਤਰ ਸਥਾਨ ਦੀ ਗੱਲ ਹੈ। ਮਾਤਾ ਗੁਜਰ ਕੌਰ ਜੀ ਸੋਚਦੇ ਹੈ ਜਿੱਥੇ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਹੋਇਆ ਹੈ। ਚਾਹਤ ਹੈ ਤਹ ਮਾਥ ਟਿਕਾਵਨ। ਤੇ ਮਾਤਾ ਜੀ ਚਾਹੁੰਦੇ ਵੀ ਪਹਿਲਾਂ ਉੱਥੇ ਘਰ ਵੜਨ ਤੋਂ ਪਹਿਲਾਂ ਉੱਥੇ ਮੱਥਾ ਟੇਕਿਆ ਜਾਏ, ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸਗੰਜ ਉੱਪਰ ਮੱਥਾ ਟੇਕੇ। ਗੁਰਦੁਆਰਾ ਥੜਾ ਸਾਹਿਬ ਜਿੱਥੇ ਬਣਿਆ ਹੋਇਆ ਉੱਥੇ ਦਰਬਾਰ ਹੈ, ਉਸ ਸਥਾਨ ਤੇ ਪਹਿਲਾਂ ਸੁਭਾਗੀ ਜੋੜੀ ਨੂੰ ਮੱਥਾ ਟੇਕਣਾ ਚਾਹੀਦਾ ਹੈ। ਕਹਿ ਕਰ ਪੀਰਿਓ ਉਤ ਕੋ ਡੋਰਾ। ਤੇ ਇੱਕ ਸਿੱਖ ਗਾਂ ਭੇਜ ਦਿੱਤਾ ਵੀ ਗੁਰੂ ਕਲਗੀਧਰ ਸਾਹਿਬ ਨੂੰ ਕਹੋ ਵੀ ਮਾਤਾ ਜੀ ਕਹਿੰਦੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਬਣਿਆ ਨਾ, ਉੱਥੇ ਪਹਿਲਾਂ ਪਹੁੰਚ ਜਾਣ ਜੀ। ਦੁਲਹ ਸਹਿਤ ਚੱਲੇ ਤਿਤ ਓਰਾ। ਮਾਤਾ ਜੀ ਦਾ ਹੁਕਮ ਸੁਣ ਕੇ ਗੁਰੂ ਕਲਗੀਧਰ ਸਾਹਿਬ ਬਰਾਤ ਸਾਰੀ ਸਮੇਤ ਡੋਲੇ ਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਵੱਲ ਆ ਗਈ ਹੈ। ਬਹੁਰ ਬਰਾਤ ਚੱਲੀ ਪਛਾਤਾ। ਤੇ ਪਿੱਛੇ ਪਿੱਛੇ ਸਾਰੀ ਬਰਾਤ ਆ ਗਈ ਹੈ ਜੀ। ਹੇਤ ਮਨਾਵਨ ਕੇ ਸੁਖ ਦਾਤਾ। ਸੁੱਖਾਂ ਦੇ ਦਾਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨਾਉਣ ਵਾਸਤੇ, ਭਾਵ ਮਹਾਰਾਜ ਦੀ ਪੂਜਾ ਕਰਨ ਵਾਸਤੇ, ਗੁਰੂ ਤੇਗ ਬਹਾਦਰ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ ਜੀ। ਮੋਦਕ ਥਾਰ ਲਿਆਏ ਸਮੁਦਾਏ। ਬੜੇ ਵੱਡੇ ਵੱਡੇ ਪਰਾਤ ਭਰੇ ਹੋਏ, ਥਾਲ ਭਰੇ ਹੋਏ ਲੱਡੂਆਂ ਦੇ ਆ ਗਏ ਹਨ। ਜਾਏ ਅਗਰ ਦਰਬਾਰ ਟਿਕਾਏ। ਤੇ ਦਰਬਾਰ ਸਾਹਿਬ ਦੇ ਅੱਗੇ ਲਿਜਾ ਕੇ ਮਹਾਰਾਜ ਦੇ ਚਰਨਾਂ ਵਿੱਚ, ਸਥਾਨ ਦੇ ਥੜਾ ਜਿੱਥੇ ਬਣਿਆ ਉਹਦੇ ਅੱਗੇ ਜਾ ਕੇ ਸਭ ਜਿਹੜੇ ਆ ਲੱਡੂ ਤੇ ਮਠਿਆਈ ਰੱਖ ਦਿੱਤੀ ਹੈ। ਕਲਗੀ ਧਰ ਉਤਰੇ ਤਤਕਾਲਾ। ਘੋੜੀ ਤੋਂ ਗੁਰੂ ਕਲਗੀਧਰ ਸਾਹਿਬ ਜੀ ਹੇਠਾਂ ਉਤਰੇ ਆ। ਦੁਲਹਨ ਸੰਗ ਮਿਲੀ ਗਨ ਬਾਲਾ। ਤੇ ਜਿਹੜੀਆਂ ਮਾਈਆਂ ਆਨੰਦਪੁਰ ਸਾਹਿਬ ਦੀਆਂ, ਉਹਨਾਂ ਨੇ ਹੱਲੇ ਨਾਲ ਜਾ ਕੇ ਤੇ ਦੁਲਹਨ ਨੂੰ ਡੋਲੇ ਚੋਂ ਤਾਰਿਆ। ਸਾਰੀਆਂ ਮਾਈਆਂ ਮਾਤਾ ਜੀਤ ਕੌਰ ਦੇ ਨਾਲ ਮਿਲੀਆਂ ਹਨ। ਪਹੁੰਚੇ ਸ੍ਰੀ ਦਰਬਾਰ ਅਗਾਰੀ। ਏਦਾਂ ਪਾਤਸ਼ਾਹ ਗਰੀਬ ਨਵਾਜ ਤੇ ਸਤਿਗੁਰਾਂ ਦੇ ਮਹਿਲ ਮਾਤਾ ਜੀ ਗੁਰੂ ਕੇ ਦਰਬਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਪੇਸ਼ ਹੋਏ ਆ। ਖੜੇ ਹੋਏ ਅਰਦਾਸ ਉਚਾਰੀ। ਤੇ ਹੱਥ ਜੋੜ ਕੇ ਖੜ ਗਏ ਆ। ਸਿੱਖ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਚਾਰ ਪੰਜ ਗੁਰ ਕੇ ਲੈ ਨਾਮੂ। 4 ਤੇ 5 9 ਸਤਿਗੁਰਾਂ ਦੇ ਦਾ ਅਰਥ 4 5 ਨਹੀਂ ਕਰਨਾ ਵੀ 4 ਜਾਂ 5 ਦੇ, 4 ਤੇ 5 9 ਸਤਿਗੁਰਾਂ ਦੇ ਭਾਵ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇਗ ਬਹਾਦਰ ਸਿਮਰਿਆ ਕਰਨੋ ਨਿਧ ਆਵੈ ਧਾਏ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਤੱਕ
ਪਾਵਨ ਪਵਿੱਤਰ ਨਾਮ ਲੈ ਕਰਕੇ। ਬੋਲੋ ਵਾਹਿਗੁਰੂ ਸੁਖ ਧਾਮੂ। ਸਿੱਖ ਨੇ ਆਖਿਆ ਭਾਈ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸੁੱਖਾਂ ਦਾ ਘਰ ਜਿਹੜਾ ਸਾਰੇ ਸੁੱਖ ਦਿੰਦਾ ਹੈ, ਸਾਰੀ ਸੰਗਤ ਵਾਹਿਗੁਰੂ ਵਾਹਿਗੁਰੂ ਨਾਮ ਬੋਲੋ ਜੀ। ਪਾਨ ਗ੍ਰਹਿ ਕਲਗੀ ਧਰ ਹੋਵਾ। ਬੇਨਤੀ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ, ਆਪ ਜੀ ਕੇ ਸਾਹਿਬਜ਼ਾਦੇ ਗੁਰੂ ਕਲਗੀਧਰ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਹੈ। ਆਨ ਆਪ ਕੋ ਦਰਸ਼ਨ ਜੋਵਾ। ਤੇ ਮਹਾਰਾਜ ਸੁਭਾਗੀ ਜੋੜੀ ਨੇ ਆਣ ਆਪ ਜੀ ਦਾ ਦਰਸ਼ਨ ਕੀਤਾ ਹੈ, ਆਪ ਜੀ ਕੇ ਸਥਾਨਾਂ ਤੇ ਨਮਸਕਾਰ ਕੀਤੀ ਹੈ। ਅੰਗ ਸੰਗ ਨਿਤ ਰਹੋ ਸਹਾਇਕ। ਮਹਾਰਾਜ ਇਸ ਸੁਭਾਗੀ ਜੋੜੀ ਦੇ ਆਪਣੇ ਪੰਥ ਦੇ ਸਦਾ ਤੁਸੀਂ ਅੰਗ ਸੰਗ ਸਹਾਇਤਾ ਕਰਨ ਵਾਲੇ ਹੋਣਾ ਜੀ। ਮੰਗਲਦਾਇਕ ਸਹਿਜ ਸੁਭਾਇਕ। ਆਪ ਜੀ ਗੁਰੂ ਤੇਗ ਬਹਾਦਰ ਸਹਿਜ ਸੁਭਾਅ ਸੁਤੇ ਸੇਧੀ ਸਭ ਮੰਗਲਾਂ ਨੂੰ ਦੇਣ ਵਾਲੇ ਹੋ। ਮੰਗਲ ਕੀ ਆਨੰਦ ਖੁਸ਼ੇ ਖੇੜੇ ਬਖਸ਼ਣ ਵਾਲੇ ਹੋ। ਬੰਸ ਬ੍ਰਿਧਾਇਕ ਸਭ ਜਗ ਨਾਇਕ। ਮਹਾਰਾਜ ਆਪ ਜੀ ਵੰਸ਼ ਵਧਾਉਣ ਵਾਲੇ ਹੋ, ਸਾਰੇ ਜਗ ਦੇ ਨਾਇਕ ਕਹੀਏ ਖਸਮ ਹੋ ਜੀ ਪੂਜਵੇ ਯੋਗ ਹੋ। ਸਦਾ ਬਿਘਨ ਕੇ ਓਘਨ ਤੇ ਕਾਇਕ। ਜਿੰਨੇ ਵਿਗਣਿਆ ਤੇ ਉਗਨ ਕਹੀਏ ਜਿਹੜੇ ਪਾਪ ਆ ਸਭ ਨੂੰ ਨਾਸ਼ ਕਰਨ ਵਾਲੇ ਹੋ ਜੀ। ਇਤਿਆਦਿਕ ਕਹਿ ਬਿਨੈ ਮਹਾਨੀ। ਏਦਾਂ ਖਾਲਸਾ ਜੀ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਏਦਾਂ ਅਰਦਾਸਾਂ ਬੇਨਤੀਆਂ ਹੋਈਆਂ ਹਨ। ਕੀਨ ਪ੍ਰਣਾਮ ਜੋਰ ਜੁਗ ਪਾਨੀ। ਤੇ ਦੋਵੇਂ ਹੱਥ ਜੋੜ ਕੇ ਗੁਰੂ ਕਲਗੀਧਰ ਸਾਹਿਬ ਨੇ ਤੇ ਮਾਤਾ ਜੀ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਅੱਗੇ ਨਮਸਕਾਰ ਕੀਤੀ ਹੈ। ਇਮ ਸ੍ਰੀ ਸਤਿਗੁਰ ਤੇਗ ਬਹਾਦਰ। ਇਸ ਤਰ੍ਹਾਂ ਸੁਭਾਏ ਮਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਰੇ ਨਿਹੋਰਨ ਸਭ ਹਿਨ ਸਾਦਰ। ਸਾਰੀ ਬਰਾਤ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਬੜੇ ਸਤਿਕਾਰ ਨਾਲ ਨਿਹੋਰਨ ਕੀਤਾ, ਭਾਵ ਨਮਸਕਾਰਾਂ ਕੀਤੀਆਂ, ਪੂਜਾ ਕੀਤੀ ਹੈ। ਗਮਨੇ ਪੁਨ ਨਿਕੇਤ ਕੀ ਕੋਦ। ਫੇਰ ਸਾਧ ਸੰਗਤ ਜੀ ਜਿੱਥੇ ਘਰ ਹੈ ਉੱਥੇ ਗਏ ਵੀ ਇਹ ਰੀਤ ਹੈ ਗੁਰੂ ਕਰਦੀ ਹੈ। ਕਈ ਨਵੇਂ ਵਿਆਹੇ ਜੋੜੇ ਨੂੰ ਜਠੇਰਿਆਂ ਤੇ ਲਈ ਫਿਰਦੇ, ਕੋਈ ਵੰਨ ਸਵੰਨੇ ਜਿਹੜੇ ਆ, ਕੋਈ ਆ ਪੀਰ ਫਕੀਰ ਉਹਨਾਂ ਕੋਲ ਲਈ ਫਿਰਦੇ ਆ, ਕਈ ਜਿਹੜੇ ਆ ਉਹ ਜੰਡਾਂ ਥੱਲੇ ਲਈ ਫਿਰਦੇ ਆ, ਕੋਈ ਕਿਤੇ ਲਈ ਫਿਰਦਾ। ਇੱਦਾਂ ਮਰ ਜਦੋਂ ਆਨੰਦ ਕਾਰਜ ਹੋਵੇ ਤੇ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਪਹਿਲਾਂ ਸਾਰਿਆਂ ਤੋਂ ਹੋ ਸਕੇ ਤੇ ਬਰਾਤ ਘਰ ਵੜਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪਰਸੇ ਜਾਣ ਤੇ ਜਾਣ ਲੱਗਿਆਂ ਵੀ ਮਹਾਰਾਜ ਦੇ ਚਰਨ ਪਰਸੇ ਜਾਣ। ਤੇ ਉਹ ਇੱਦਾਂ ਨਹੀਂ ਹੈ ਵੀ ਜਦੋਂ ਆਨੰਦ ਕਾਰਜ ਹੋ ਗਿਆ ਤੇ ਫਿਰ ਅਕਸਰ ਚਲੋ ਭਾਵੇਂ ਅਗਲੇ ਦਿਨ ਜਾਂਦੇ ਆ, ਪਰ ਕੋਸ਼ਿਸ਼ ਤੈਅ ਕਰਨੀ ਚਾਹੀਦੀ ਵੀ ਮਹਾਰਾਜ ਨੂੰ ਸ਼੍ਰੋਮਣੀ ਰੱਖ ਕੇ ਜਦੋਂ ਹੀ ਆਨੰਦ ਕਾਰਜ ਹੋਵੇ ਆਉਂਦਿਆਂ ਪਹਿਲਾਂ ਪਾਤਸ਼ਾਹ ਜੀ ਦਾ ਆਸ਼ੀਰਵਾਦ ਲਿਆ ਜਾਵੇ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਨੇ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਰਸੇ, ਫਿਰ ਆਪਣੇ ਘਰ ਨੂੰ ਆ ਗਏ ਹਨ। ਗਾਵਤ ਗੀਤ ਸਪ੍ਰੀਤ ਪ੍ਰਮੋਦ। ਤੇ ਉਹ ਇਸ ਤਰ੍ਹਾਂ ਫਿਰ ਜਦੋਂ ਘਰ ਆਏ ਆ, ਜਿਹੜੀ ਕੋਈ ਸੰਗਤ ਇਕੱਠੀ ਹੋਈ, ਸੰਸਾਰੀ ਮਾਈਆਂ ਕੋਈ ਸੁਹਾਗ ਜੇ ਗਾਉਂਦੀਆਂ, ਗੁਰੂ ਕੀ ਸਿੱਖ ਸੰਗਤ ਆਪੋ ਆਪਣੇ ਸ਼ਬਦ ਗਾਉਂਦੀ, ਬਾਣੀ ਪੜ੍ਹਦੀ, ਪਰ ਪ੍ਰੀਤ ਦੇ ਨਾਲ ਆਨੰਦ ਸਹਿਤ। ਨੀਕੇ ਸਗਨ ਸੰਗ ਨਿਜ ਪੌਰ। ਏਦਾਂ ਖਾਲਸਾ ਜੀ ਡਿਉੜੀ ਦੇ ਉੱਪਰ ਜਿਹੜੇ ਕੁ ਸ਼ਗਨ ਸੀਗੇ ਉਹ ਸਾਰੇ ਕੀਤੇ ਕਰਾਏ ਆ। ਪਹੁੰਚੇ ਧੂਮ ਧਾਮ ਬਹਰੌਰ। ਬੜਾ ਧੂਮ ਧਾਮ ਭਾਵ ਕੇ ਨਗਾਰੇ ਧੌਂਸੇ ਵੱਜਦੇ ਆ, ਜਿਸ ਕਰਕੇ ਬੜਾ ਰੌਲਾ ਪੈਂਦਾ ਹੈ। ਕਰ ਕੁਲ ਰੀਤ ਜਾਚ ਕੰਨ ਦੈ ਕੈ। ਫਿਰ ਜਿਹੜੇ ਮੰਗਤੇ ਆਏ ਸੀ ਉਹ ਸਾਰਿਆਂ ਨੂੰ ਸਰਵਾਰ ਨੇ ਕਰ ਕਰਕੇ ਤੇ ਖੁੱਲੀ ਮਾਇਆ ਮਾਤਾ ਗੁਜਰ ਕੌਰ ਨੇ ਵੰਡੀ ਹੈ। ਅੰਤਰ ਪ੍ਰਵੇਸ਼ ਨੁਖਾ ਜਤ ਹੋਇ ਕੈ। ਫਿਰ ਅੰਦਰ ਘਰ ਦੇ ਪ੍ਰਵੇਸ਼ ਹੋਇਆ। ਗੁਰੂ ਕਲਗੀਧਰ ਸਾਹਿਬ ਮਾਤਾ ਗੁਜਰ ਕੌਰ ਜੀ ਦੀ ਨੂੰਹ ਨੂੰ ਨਾਲ ਲੈ ਕੇ ਤੇ ਘਰ ਆ ਗਏ ਹਨ। ਸਨਮਾਨਤ ਘਰ ਚਿਤਰਤ ਮਾਹੀ। ਜਿੱਥੇ ਘਰ ਬਣਿਆ ਜਿਹਦੇ ਨਵਾਂ ਰੰਗ ਰੋਗਨ ਹੋਇਆ, ਬੜੇ ਤਰ੍ਹਾਂ ਦੇ ਚਿਤਰਤ ਭਾਵ ਬੂਟੇ, ਫੁੱਲ ਬੂਟੇ, ਮੋਰ ਘੁੱਗੀਆਂ ਪਾਏ ਹੋਏ ਐ, ਹੋਰ ਬੜੇ ਤਰ੍ਹਾਂ ਦੇ ਜਿਹੜੇ ਰਾਜ ਸਾਜ ਲੱਗੇ ਹੋਏ ਐ। ਇਹੋ ਜਿਹੇ ਸੁੰਦਰ ਘਰ ਵਿੱਚ ਸਤਿਕਾਰ ਸਹਿਤ ਮਾਤਾ ਜੀ ਦਾ ਉਤਾਰਾ ਕਰਵਾਇਆ ਗਿਆ ਹੈ। ਬੈਠਾ ਰਸ ਬਰ ਆਸਨ ਜਾਹੀ। ਸੁੰਦਰ ਆਸਣ ਸਿੰਘਾਸਨ ਉੱਪਰ ਬਿਠਾਲਿਆ ਹੈ। ਸ੍ਰੀ ਗੁਜਰੀ ਧਰ ਧਨ ਕੀ ਥਾਤੀ। ਤੇ ਮਾਤਾ ਗੁਜਰ ਕੌਰ ਨੇ ਮਾਇਆ ਦੀ ਥੈਲੀ ਆਪਦੇ ਕੋਲ ਰੱਖ ਲਈ ਹੈ ਜੀ। ਝੋਰੀ ਪਾਏ ਅਧਿਕ ਹੈ ਖਾਤੀ। ਤੇ ਗੁਰੂ ਕੇ ਮਹਿਲ ਮਾਤਾ ਜੀਤ ਕੌਰ ਦੀ ਝੋਲੀ ਵਿੱਚ ਮਾਇਆ ਦੀ ਥੈਲੀ ਸ਼ਗਨ ਪਾ ਦਿੱਤਾ ਹੈ। ਬਦਨ ਬਿਲੋਕ ਸਪਰਸਤ ਕਰ ਕੋ। ਸੁੰਦਰ ਜਿਹੜਾ ਹੈ ਉਹ ਮੁਖ ਆਪਣੀ ਨੂੰਹ ਰਾਣੀ ਦਾ
ਤਨ ਮਾਤਾ ਗੁਜਰ ਕੌਰ ਜੀਆਂ ਵੇਖਿਆ ਹੈ ਜੀ। ਆਸ਼ਿਖ ਦੇਹਤ ਉਚਰ ਕਰ ਬਰ ਕੋ। ਤੇ ਬੜੀਆਂ ਅਸੀਸਾਂ ਦਿੱਤੀਆਂ, ਬਹੁਤ ਭਾਰੀ ਖੁਸ਼ੇ ਅਸੀਸਾਂ ਧੰਨ ਮਾਤਾ ਗੁਜਰ ਕੌਰ ਜੀ ਦੇ ਰਹੇ ਐ। ਉਤ ਸਤਗੁਰ ਨਿਜ ਥਾਨ ਸਿਧਾਏ। ਤੇ ਗੁਰੂ ਕਲਗੀਧਰ ਸਾਹਿਬ ਜੀ ਫਿਰ ਇੱਥੇ ਜਾਣ ਲਿਆ ਵੀ ਹੁਣ ਮਾਈਆਂ ਦਾ ਹੀ ਸਾਰਾ ਪਹਿਰਾ ਕੰਮ ਕਰ ਰਿਹਾ। ਪਾਤਸ਼ਾਹ ਜੀ ਉੱਥੋਂ ਉੱਠੇ ਐ ਤੇ ਚੱਲ ਕੇ ਮਹਾਰਾਜ ਆਪੋ ਆਪਣਾ ਸਥਾਨ ਜਿਹੜਾ ਜਿਵੇਂ ਸਤਿਗੁਰੂ ਪੰਡਾਲ 'ਚ ਜਾਂ ਜਿੱਥੇ ਪਾਤਸ਼ਾਹ ਦੇ ਸੰਗਤ ਦਰਸ਼ਨ ਕਰਦੀ ਸੀ, ਸਿੱਖ ਸੂਰਮੇ ਰਹਿੰਦੇ ਸਨ ਮਹਾਰਾਜ ਦੇ ਨਾਲ, ਸਤਿਗੁਰੂ ਜੀ ਆਪਣੇ ਜੰਗੀ ਜਰਨੈਲਾਂ ਦੇ ਵਿੱਚ ਆ ਕੇ ਬੈਠ ਗਏ ਹਨ। ਸਿੰਘਾਸਨ ਪਰ ਬੈਠ ਸੁਹਾਏ। ਸਤਿਗੁਰੂ ਸੋਹਣੇ ਸਿੰਘਾਸਣ ਆਸਣ ਦੇ ਉੱਪਰ ਬੈਠ ਕੇ ਸ਼ੋਭਾ ਪਾ ਰਹੇ ਐ। ਸੰਗ ਕਿਰਪਾਲ ਸੋ ਪੰਚਹ ਭਰਾਤਾ। ਤੇ ਏਦਾਂ ਖਾਲਸਾ ਜੀ ਨਾਲ ਕਿਰਪਾਲੂ ਦਿਆਲੂ ਪਾਤਸ਼ਾਹ ਦੇ ਪੰਜੇ ਭਰਾ ਬੀਬੀ ਵੀਰੋ ਜੀ ਦੇ ਸਾਹਿਬਜ਼ਾਦੇ ਸੰਗੋ ਸ਼ਾਹ ਵਰਗੇ ਐ। ਸੂਰਜ ਮਲ ਕੇ ਦੋਨੋਂ ਤਾਤਾ। ਤੇ ਦੋ ਤਾਤਾ ਕਹੀਏ ਪੋਤਰੇ ਆ, ਬਾਬਾ ਸੂਰਜ ਮਲ ਦੇ ਗੁਲਾਬ ਰਾਏ ਤੇ ਸ਼ਾਮ ਰਾਏ, ਤੇ ਮਾਮਾ ਕਿਰਪਾਲ ਚੰਦ ਜੀ ਵਰਗੇ ਸੂਰਮੇ ਨਾਲ ਐ। ਸਿੱਖ ਮਸੰਦ ਕੀਤਕ ਢਿਗ ਔਰ। ਹੋਰ ਬੜੇ ਸਿੱਖ ਮਸੰਦ ਜਿਹੜੇ ਕਲਗੀਧਰ ਸਾਹਿਬ ਦੇ ਨਾਲ ਬੈਠੇ ਹੋਏ ਲਾਗੇ ਬੈਠੇ ਐ। ਉਤਰੀ ਸਭ ਬਰਾਤ ਨਿਜ ਠੌਰ। ਤੇ ਗੁਰੂ ਕੀ ਬਰਾਤ ਆਪੋ ਆਪਣੇ ਥਾਂ ਤੇ ਉਤਰ ਪਈ, ਮੁੜ ਆਏ ਤੇ ਆਪੋ ਆਪਣੇ ਤੰਬੂਆਂ ਵਿੱਚ ਤਿਆਰਾ ਕਰ ਲਿਆ ਸੌਣ ਬਰਾਜਣ ਦਾ। ਸਭਹਿਨ ਕੀ ਸੁਧ ਲੈ ਬਿਰਾਜ। ਫਿਰ ਗੁਰੂ ਕਲਗੀਧਰ ਸਾਹਿਬ ਜੀ ਨੇ ਵੀ ਕੋਈ ਸਿੱਖ ਹੁਣ ਉਥੋਂ ਆਇਆ ਕੋਈ ਪ੍ਰਸ਼ਾਦੇ ਤੋਂ ਭੁੱਖਾ ਨਾ ਰਹਿ ਜਾਏ, ਘੋੜੇ ਨਾਲ ਆ, ਘੋੜਿਆਂ ਨੂੰ ਜਿਹੜਾ ਕੋਈ ਮਸਾਲਾ ਤੇ ਹੋਰ ਤੂੜੀ ਫੱਕਾ ਦਾਣਾ ਚਾਹੀਦਾ, ਤੰਬੂ ਕੋ ਕਿਸੇ ਨੂੰ ਬਿਸਤਰਾ, ਕੁੱਲੀ ਜੁੱਲੀ ਗੁੱਲੀ ਇਹ ਮਿਲ ਗਈ ਹੈ। ਸਤਿਗੁਰਾਂ ਸਾਰਾ ਕੁਝ ਵੇਖਣ ਵਾਸਤੇ ਜੀ ਬੋਲੇ ਗੁਰੂ ਗਰੀਬ ਨਿਵਾਜ। ਗਰੀਬਾਂ ਨੂੰ ਨਿਵਾਜਣ ਵਾਲੇ ਗੁਰੂ ਕਲਗੀਧਰ ਸਾਹਿਬ ਜੀ ਮਾਮਾ ਕਿਰਪਾਲ ਚੰਦ ਜੀ ਨੂੰ ਮਹਾਰਾਜ ਕਹਿਣ ਲੱਗੇ ਆ, ਮਾਤਲ ਲੇਹੋ ਮਸੰਦ ਗਨ ਨਾਲ। ਜੀ ਜਿੰਨੇ ਮਸੰਦ ਜ਼ਿੰਮੇਵਾਰ ਸਿੱਖ ਆ ਨਾ, ਸੇਵਾ ਕਰਨ ਵਾਲੇ ਚੰਗੇ ਪੁਰਾਣੇ ਜਾਣਕਾਰ, ਉਹ ਸਾਰਿਆਂ ਸਿੱਖਾਂ ਨੂੰ ਨਾਲ ਲੈ ਕਰਕੇ ਜਹ ਕਹ ਨਰ ਪਠ ਕਰਹੁ ਸੰਭਾਲ। ਜਿੱਥੇ ਜਿੱਥੇ ਹੁਣ ਨਾ ਬਰਾਤ ਆ ਕੇ ਉਤਰੀ ਨਾ, ਜਿੰਨੇ ਸਿੱਖ ਆਏ ਆ ਉਹਨਾਂ ਸਾਰਿਆਂ ਦੀ ਖਬਰ ਸਾਰ ਲਓ ਜੀ। ਦੇਗ ਰਸਤ ਪਹੁੰਚਾ ਸਭ ਡੇਰੇ। ਵੀ ਸਾਰਿਆਂ ਡੇਰਿਆਂ ਵਿੱਚ ਲੰਗਰ ਪ੍ਰਸ਼ਾਦਾ ਪਾਣੀ ਪਹੁੰਚਣਾ ਚਾਹੀਦਾ, ਤੇ ਜੇ ਨਹੀਂ ਤੇ ਰਸਤਾ ਭੇਜ ਦਿਓ, ਆਪੇ ਜਿਨ੍ਹਾਂ ਨੇ ਤਿਆਰ ਕਰਕੇ ਛਕਣਾ ਹੈ ਉਹ ਆਪੇ ਤਿਆਰ ਕਰਕੇ ਛਕ ਲੈਣਗੇ। ਤ੍ਰਿਨ ਦਾਨਾ ਦੇਹੋ ਹੈਨ ਤੇ ਕਨੇਰੇ। ਘੋੜਿਆਂ ਵਾਸਤੇ ਵੀ ਭਾਈ ਦਾਣਾ ਫੱਕਾ ਭੇਜੋ। ਜਿੱਥੇ ਜਿੱਥੇ ਬਰਾਤ ਉਤਰੀ ਹੈ ਉਹ ਸਾਰਿਆਂ ਪਿੰਡਾਂ ਦੀ ਜਿੱਥੋਂ ਕੋਈ ਇਲਾਕੇ ਦਾ ਆ, ਤੰਬੂ ਆਪੋ ਆਪਣੇ ਅੱਡ ਲੱਗੇ ਹੋਏ ਆ, ਉਹਨਾਂ ਸਾਰਿਆਂ ਨੂੰ ਭਾਈ ਦਾਣਾ ਫੱਕਾ ਜਿਹੜਾ ਨਾ ਘੋੜਿਆਂ ਵਾਸਤੇ ਤੂੜੀ ਦਾਣਾ ਫੱਕਾ ਉਹ ਵੀ ਭੇਜੋ, ਤੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਵੀ ਕਰਕੇ ਦਿਓ ਜੀ। ਲੀੜਾ ਕਪੜਾ ਜੇ ਕਿਸੇ ਨੂੰ ਚਾਹੀਦਾ ਉਹ ਵੀ ਭੇਜਦਾ ਕਰ ਦਿਓ ਜੀ। ਆਏ ਸਮਾਨ ਉਠਿਓ ਹਰਖੈ ਕੈ। ਇਦਾਂ ਖਾਲਸਾ ਦੀ ਆਗਿਆ ਮਾਣ ਕੇ ਕਿਰਪਾਲ ਚੰਦ ਜੀ ਗੁਰੂ ਕਲਗੀਧਰ ਸਾਹਿਬ ਦੀ ਖੁਸ਼ੇ ਖੁਸ਼ੇ ਉੱਠ ਬੈਠੇ ਆ। ਬ੍ਰਿੰਦ ਮਸੰਦ ਸੰਗ ਨਿਜ ਲੈ ਕੇ। ਤੇ ਨਾਲ ਸਾਰੇ ਮਸੰਦ ਸਿੱਖ ਲੈ ਲਏ ਹਨ। ਸਭ ਕੀ ਸੁਧ ਨੀਕੀ ਬਿਧ ਲੀਨ। ਸਭ ਦੀ ਖਬਰਸਾਰ ਬੜੀ ਚੰਗੀ ਤਰ੍ਹਾਂ ਜਿਹੜੀ ਬਰਾਤ ਆਈ ਹੈ, ਸਭ ਨੂੰ ਪੁੱਛਿਆ ਵੀ ਭਾਈ ਲੰਗਰ ਪ੍ਰਸ਼ਾਦਾ ਘੋੜਿਆਂ ਵਾਸਤੇ ਜਿਹੜੀ ਕੋਈ ਰਸਤ ਚਾਹੀਦੀ ਉਹ ਸਾਰੇ ਦੱਸ ਦਿਓ ਵੀ ਕਿਹਦੇ ਕੋਲ ਕਿੰਨੇ ਘੋੜੇ ਹਨ। ਨਿਸਮਹ ਸਕਲ ਬਸੇਰਾ ਕੀਨ। ਇਦਾਂ ਖਾਲਸਾ ਜੀ ਮਾਮਾ ਕਿਰਪਾਲ ਚੰਦ ਜੀ ਨੇ ਪ੍ਰਬੰਧ ਕੀਤਾ। ਰਾਤ ਨੂੰ ਸਾਰੀ ਸਿੱਖ ਸੰਗਤ ਅਨੰਦਪੁਰ ਸਾਹਿਬ ਟਿਕ ਗਈ ਹੈ। ਜਥਾ ਜੋਗ ਆਛੇ ਤ੍ਰਿਪਤਾਏ। ਜਿਹੋ ਦੀ ਯੋਗਤਾ ਬਣਦੀ ਸੀ ਮਾਮਾ ਕਿਰਪਾਲ ਚੰਦ ਜੀਆਂ ਸੰਗਤਾਂ ਨੂੰ ਖੂਬ ਜਿਹੜਾ ਪ੍ਰਸ਼ਾਦਾ ਪਾਣੀ ਛਕਾਇਆ, ਰੱਜ ਗਏ ਹਨ। ਸੀਤਾ ਘ੍ਰਿਤ ਮੈਦਾ ਸਮੁਦਾਏ। ਜੇ ਕਿਸੇ ਨੂੰ ਖੰਡ ਚਾਹੀਦੀ, ਘਿਓ ਚਾਹੀਦਾ, ਮੈਦਾ ਆਦਿਕ ਚਾਹੀਦਾ, ਆਟਾ ਚਾਹੀਦਾ ਹੈ, ਗਰੀਬ ਜਾਰਨ ਸਦਨ ਉਦਾਰਾ। ਉਹ ਸਭ ਕੁਝ ਦੇ ਦਿੱਤਾ। ਏਦਾਂ ਗਲੀਆਂ ਜੜੀਆਂ ਬਾਜ਼ਾਰ ਹੈ ਬੜੇ ਭਾਰੀ ਉੱਚੇ ਸੁੱਚੇ ਜੋ ਹਨ। ਦੀਪ ਮਾਲ ਸਭ ਪਰ ਇੱਕ ਸਾਰਾ। ਉੱਥੇ ਦੀਪਮਾਲਾ ਫਿਰ ਰਾਤ ਜਦੋਂ ਹੋਈ ਨਾ, ਉੱਥੇ ਫਿਰ ਦੀਵਿਆਂ ਦੇਸੀ ਘਿਓ ਦੇ ਦੀਵੇ ਸਾਰੇ ਸ੍ਰੀ ਅਨੰਦਪੁਰ ਸਾਹਿਬ ਦੀ ਸੰਗਤ ਨੇ ਜਗਾਏ ਹਨ, ਗੁਰੂ ਸਾਹਿਬ ਮਹਾਰਾਜ ਦੇ ਆਨੰਦ ਕਾਰਜ ਦੀ ਖੁਸ਼ੀ ਦੇ ਵਿੱਚ। ਸਭ ਨਰ ਉਰ ਹੋਇ ਕਰ ਅਹਲਾਦੀ। ਤੇ ਸਾਰੇ ਆਨੰਦਪੁਰ ਸਾਹਿਬ ਦੇ ਸਿੱਖ ਜਿਹੜੇ ਆ ਬੜੇ ਆਨੰਦ ਸਹਿਤ ਬੜੇ ਖੁਸ਼ ਪ੍ਰਸੰਨ ਹੋ ਰਹੇ ਆ। ਮੰਗਲ ਕਰਹਿ ਲਖੈ ਗੁਰ ਸ਼ਾਦੀ। ਗੁਰੂ ਕੀ ਸ਼ਾਦੀ ਜਾਣ ਕੇ ਨਾ ਬੜਾ ਭਾਰੀ ਖੁਸ਼ਾ ਤੇ ਮੰਗਲ ਆਨੰਦ ਕਰ ਰਹੇ ਹਨ। ਮਿਲਹਿ ਪਰਸਪਰ ਸੁਜਸ ਉਚਾਰਹਿ। ਇੱਕ ਦੂਜੇ ਕੋਲ ਬਹਿੰਦੇ ਸਿੱਖ ਤੇ ਗੁਰੂ ਕਲਗੀਧਰ ਸਾਹਿਬ ਦੀ ਸੋਭਾ ਸਿੱਖ ਇੱਕ ਦੂਜੇ ਨੂੰ ਕਰਕੇ ਸੁਣਾਉਂਦੇ ਆ। ਭਾਗ ਆਪਣੇ ਅਧਿਕ ਵਿਚਾਰ ਹੈ। ਆਪਦੇ ਸਭ ਤੋਂ ਵੱਡੇ ਭਾਗ ਜਾਣਦੇ ਵੀ ਸਾਡੇ ਵੱਡੇ ਭਾਗ ਹੈ, ਸਾਨੂੰ ਗੁਰੂ ਕਲਗੀਧਰ ਸਾਹਿਬ ਜੀ ਦੇ ਆਨੰਦ ਕਾਰਜ ਬਰਾਤ ਜਾਣ ਦਾ
ਤੇ ਲਾਵਾਂ ਫੇਰੇ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਰਾਮਚੰਦ ਆਨੰਦ ਧਰ ਔਧ ਕਹਿੰਦੇ ਭਾਈ ਜਿਵੇਂ ਅਯੋਧਿਆ ਵਿੱਚ ਸ੍ਰੀ ਰਾਮਚੰਦਰ ਜੀ ਬੜੇ ਆਨੰਦ ਸਹਿਤ ਰਹਿ ਰਹੇ ਹਨ ਸਨਗੇ ਜੀ, ਤਿਮ ਆਨੰਦਪੁਰ ਆਨੰਦ ਔਧ ਉਵੇਂ ਸ੍ਰੀ ਅਨੰਦਪੁਰ ਸਾਹਿਬ ਨੂੰ ਭਾਗ ਲਾਏ ਗੁਰੂ ਕਲਗੀਧਰ ਸਾਹਿਬ ਨੇ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਨੰਦ ਦੀ ਹੱਦ ਬਣਾ ਦਿੱਤਾ ਹੈ ਜੀ। ਨਿਤ ਗੁਰ ਦਰਸ਼ਨ ਉਤਸਵ ਸਹਤ ਇਸ ਤਰ੍ਹਾਂ ਖਾਲਸਾ ਜੀ ਰੋਜ਼ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਦੀਦਾਰ ਹੁੰਦੇ ਆ, ਜਿਸ ਤੇ ਪਾਵਨ ਹੋਇਆ ਫਲ ਮਹਤ ਜਿਸ ਤੋਂ ਮਹਿਤ ਕਹੀਏ ਵੱਡਿਆਂ ਤੋਂ ਵੱਡਾ ਪਵਿੱਤਰ ਫਲ ਪ੍ਰਾਪਤ ਹੋ ਰਿਹਾ ਹੈ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਇਤੇ ਆਦਿਕ ਨਿਜ ਘਰ ਨਰ ਨਾਰੀ ਏਦਾਂ ਖਾਲਸਾ ਜੀ ਇਸ ਤੋਂ ਆਦਿਕ ਹੋਰ ਬੜੇ ਖੁਸ਼ੇ ਖੇੜੇ ਕਵੀ ਜੀ ਕਹਿੰਦੇ ਦੱਸੇ ਨਹੀਂ ਜਾ ਸਕਦੇ ਜੋ ਮਾਈ ਭਾਈ ਸਿੱਖ ਸੰਗਤਾਂ ਹਨ। ਗੁਰੂ ਬਾਤ ਕੋ ਕਰਤ ਉਚਾਰੀ ਉਹ ਸਾਰੇ ਗੁਰੂ ਕਲਗੀਧਰ ਸਾਹਿਬ ਜੀ ਦੀ ਸੋਭਾ ਸਿਫਤ ਸਲਾਘਾ ਆਪਣੇ ਘਰ ਘਰ ਵਿੱਚ ਕਰਦੇ ਆ। ਖਾਨ ਪਾਨ ਕਰ ਸੁਖ ਸੋ ਸਾਰੇ ਇਸ ਤਰ੍ਹਾਂ ਲੰਗਰ ਪ੍ਰਸ਼ਾਦਾ ਛਕ ਛਕ ਕੇ ਸਾਰੀਆਂ ਸਿੱਖ ਸੰਗਤਾਂ ਸੁਪਤ ਭਈ ਹਰਖੰਤ ਉਦਾਰੇ ਤੇ ਬੜਾ ਖੁਸ਼ ਹੁੰਦੀ ਸਿੱਖ ਸੰਗਤ। ਰਾਤ ਹੋ ਗਈ ਤੇ ਸਾਰੇ ਸਿੱਖ ਬਰਾਜ ਗਏ ਹਨ ਜੀ। ਜਾਮ ਜਾਮਨੀ ਜਾਗਤ ਜਬੈ ਏਦਾਂ ਖਾਲਸਾ ਜੀ ਇੱਕ ਰਾਤ ਪਹਿਰ ਜਦੋਂ ਰਹਿ ਗਈ ਤੇ ਸਾਰੇ ਸਿੱਖ ਉੱਠ ਬੈਠੇ ਜਾਗ ਬੈਠੇ ਹਨ। ਸਤਿਗੁਰ ਪ੍ਰਭ ਕੋ ਸਿਮਰਤ ਤਬੈ ਇਸ਼ਨਾਨ ਪਾਣ ਕੀਤਾ ਸੰਗਤਾਂ ਨੇ ਤੇ ਅੰਮ੍ਰਿਤ ਵੇਲੇ ਜਾਗੇ ਐ। ਵਾਹਿਗੁਰੂ ਵਾਹਿਗੁਰੂ ਸਿਮਰਨ ਕੋਈ ਨਿਤਨੇਮ ਬਾਣੀ ਪੜ੍ਹੀ ਹੈ। ਆਏ ਰਬਾਬੀ ਗਾਵਨ ਲਾਗੇ ਦੀਵਾਨ ਸਜ ਗਿਆ ਤੇ ਰਬਾਬੀ ਸਿੱਖ ਜਿਹੜੇ ਐ ਉਹ ਗੁਰੂ ਕੇ ਸ਼ਬਦ ਗਾਉਣ ਲੱਗ ਪਏ ਹਨ। ਬਟ ਭਾਗੀ ਅਨੁਰਾਗੀ ਜਾਗੇ ਉਹ ਸਿੱਖ ਜਿਹੜੇ ਹੁਣ ਰਾਗ ਵਾਲੇ ਪ੍ਰੇਮ ਵਾਲੇ ਆ, ਵੱਡੇ ਭਾਗ ਆ ਉਹਨਾਂ ਦੇ ਜਿਹੜੇ ਅੰਮ੍ਰਿਤ ਵੇਲੇ ਜਾ ਕੇ ਭਿੰਨੀ ਰਨੜੀਏ ਚਾਮਕਣ ਤਾਰੇ ਜਗ ਹੈ ਸੰਤ ਜਨਾ ਮੇਰੇ RAM ਪਿਆਰੇ। ਗੁਰੂ ਕੇ ਪਿਆਰੇ ਸਿੱਖ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕੀਤਾ ਤੇ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਆ। ਸੁਨਹ ਰਾਗ ਤੇ ਸ਼ਬਦ ਵਿਚਾਰੈ ਜਿਹੜਾ ਰਾਗ ਕੀਰਤਨ ਹੋ ਰਿਹਾ ਰਾਗਾਂ 'ਚ ਸ਼ਬਦ ਗਾ ਰਹੇ ਆ ਗੁਰੂ ਕੇ ਸਿੱਖ ਸੁਣ ਰਹੇ ਤੇ ਸ਼ਬਦਾਂ ਦੀ ਵਿਚਾਰ ਕਰਦੇ ਆ। ਵਿਸ਼ਿਆਨ ਤੇ ਬਿਰਾਗ ਕੋ ਧਾਰੈ ਤੇ ਕੀਰਤਨ ਸੁਣ ਸੁਣ ਕੇ ਮਨ ਕੀ ਕੱਟੀ ਐ ਮੈਲ ਸਾਧ ਸੰਗ ਉਠਿਆ। ਗੁਰੂ ਕੀ ਬਾਣੀ ਦਾ ਕੀਰਤਨ ਸੁਣ ਸੁਣ ਕੇ ਆਪਣੇ ਅੰਦਰ ਦੀ ਜ਼ਹਿਰ ਆਪਣੇ ਅੰਦਰ ਦੀ ਮੈਲ ਵਿਸ਼ੇ ਵਿਕਾਰਾਂ ਨੂੰ ਨਾਸ਼ ਕਰ ਰਹੇ ਐ, ਵਿਸ਼ਿਆਂ ਤੋਂ ਵਿਰਾਗ ਧਾਰ ਰਹੇ ਹਨ। ਬਿਨਾ ਪ੍ਰੇਮ ਪ੍ਰਭ ਤੇ ਨਿਜ ਨਿੰਦ ਹੈ ਕਵੀ ਰਾਜ ਕਹਿੰਦੇ ਕਿ ਭਾਈ ਉਹ ਸਿੱਖ ਜਿਹੜੇ ਆ ਨਾ ਉਹ ਬਾਣੀ ਦੀ ਜੋ ਆਸਾ ਦੀ ਵਾਰ ਸੁਣਦੇ ਆ ਤੇ ਆਉਂਦਾ ਹੈ ਮਹਾਰਾਜ ਦੀ ਬਾਣੀ ਆਸਾ ਦੀ ਵਾਰ ਵਿੱਚ ਕਿ ਨਿਹਫਲ ਜਨਮ ਗਵਾਇਆ ਆਸਾ ਦੀ ਵਾਰ ਦੇ ਵਿੱਚ ਭਜਨ ਆਉਂਦੇ ਆ ਨਾਮ ਬਿਨਾ ਜੋ ਪਹਿਰੈ ਖੈ ਜਿਉ ਕੂਕਰ ਜੂਠਨ ਮੈਂ ਪਾਏ। ਇਸ ਤਰ੍ਹਾਂ ਦੇ ਹੋਰ ਭਜਨ ਬੜੇ ਆਸਾ ਜੀ ਕੀ ਵਾਰ ਦੇ ਹਨ। ਉਹ ਜਦੋਂ ਸੁਣਦੇ ਆ ਸਿੱਖ ਤੇ ਵਿਚਾਰ ਕਰਦੇ ਸਿੱਖ ਵੀ ਸੱਚੇ ਬਚਨ ਆ ਗੁਰੂ ਨਾਨਕ ਸਾਹਿਬ ਦੇ। ਜਿਹੜਾ ਗੁਰੂ ਨਾਲ ਪ੍ਰੇਮ ਨਹੀਂ, ਪ੍ਰੇਮ ਤੋਂ ਬਿਨਾ ਜਿਹੜਾ ਜੀਵ ਹੈ ਉਹ ਨਿੰਦਣ ਯੋਗ ਹੈ। ਬੰਦਾ ਹੋਏ ਸੋ ਬੰਦਗੀ ਕਹੇ ਮਹਾਰਾਜ ਦੀ ਬਾਣੀ ਆਸਾ ਦੀ ਵਾਰ ਦਾ ਬਚਨ ਹੈ ਕਿ ਬੰਦੀ ਅੰਦਰ ਸਿਫਤ ਕਰਾਏ ਸੋਈ ਕਹੀਏ ਬੰਦਾ। ਸਿਮਲ ਰੁਖ ਸਰਾਇਰਾ ਆਤ ਦੀਰਘ ਆਤ ਮੁੱਚ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਹਿ ਪਤ ਹੋਏ ਜੇ ਆਵਹਿ ਆਸ ਕਰ ਜਾਹੇ ਨਰਾਸੇ ਕਿਤ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇਸ ਤਰ੍ਹਾਂ ਦੇ ਬੜੇ ਸ਼ਬਦ ਆਸਾ ਦੀ ਵਾਰ ਦੇ ਨਾਲੇ ਸੁਣੀ ਜਾਂਦੇ ਆ, ਨਾਲੇ ਇੱਕ ਦੂਜੇ ਨਾਲ ਵਿਚਾਰ ਕਰਦੇ। ਸਿੱਖ ਵੀ ਸੱਚਾ ਬਚਨ ਹੈ ਮਹਾਰਾਜ ਦੀ ਬਾਣੀ ਦਾ। ਜੇ ਇਸ ਸਰੀਰ ਦੇ ਅੰਦਰ ਪ੍ਰੇਮ ਨਹੀਂ ਨਾ ਗੁਰੂ ਨਾਨਕ ਸਾਹਿਬ ਦਾ, ਪਰਮੇਸ਼ਰ ਦੀ ਬੰਦਗੀ ਦਾ ਨਾਮ ਨਹੀਂ ਜਿਹਦੇ ਅੰਦਰ, ਅੰਮ੍ਰਿਤ ਵੇਲਾ ਨਹੀਂ, ਉਹ ਨਿੰਦਣ ਯੋਗ ਹੈ। ਉਹ ਸੰਸਾਰ ਤੇ ਆਇਆ ਹੋਇਆ ਪਸ਼ੂ ਦੇ ਸਮਾਨ ਹੈ ਜੀ। ਇਕ ਚਿਤ ਹੋਏ ਗੁਰ ਮਹਿਮਾ ਬਿੰਦਾ ਹੈ ਏਦਾਂ ਸਿੱਖ ਇੱਕ ਚਿੱਤ ਨੇਤਰ ਬੰਦ ਕਰਕੇ ਬੈਠੇ ਹੋਏ ਐ, ਇਕਾਗਰ ਚਿੱਤ ਹੋ ਕਰਕੇ ਗੁਰੂ ਦੀ ਬਾਣੀ ਸੁਣ ਸੁਣ ਕੇ ਪਰਮੇਸ਼ਰ ਦੀ ਵਡਿਆਈ ਸਮਝ ਰਹੇ ਜਾਣ ਰਹੇ ਐ। ਮਨ ਠਹਰਾਏ ਚਰਨ ਅਰਬਿੰਦ ਹੈ ਤੇ ਆਪਦੇ ਮਨ ਨੂੰ ਗੁਰੂ ਕਲਗੀਧਰ ਸਾਹਿਬ ਦੇ ਚਰਨ ਕਮਲਾਂ ਵਿੱਚ ਟਿਕਾ ਰਹੇ ਹਨ। ਪ੍ਰਾਪਤ ਹੋਤ ਆਨੰਦ ਬਿਲੰਦ ਹੈ ਜਿਨ੍ਹਾਂ ਦੇ ਵਿੱਚੋਂ ਬੜਾ ਭਾਰੀ ਆਨੰਦ ਪ੍ਰਾਪਤ ਹੋ ਰਿਹਾ ਹੈ। ਕੇ ਚਿਤ ਤਦਰਵ ਕਰਹਿ ਸਨਾਨ ਕਈ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਤੇ ਸਤਲੁਜ ਦਰਿਆ ਨਾਲ ਹੀ ਵਹਿੰਦਾ ਸੀ ਅਨੰਦਪੁਰ ਸਾਹਿਬ ਦੇ, ਉੱਥੇ ਜਾ ਵਿੱਚ ਇਸ਼ਨਾਨ ਕਰ ਰਹੇ ਐ। ਥਿਹ ਸ਼ਬਦ ਜਹਾਂ ਸੁਨੀਹ ਕਾਨ ਤੇ ਜਿੱਥੇ ਇੱਕ ਸ਼ਬਦ ਸੁਣਦਾ ਹੈ ਨਾ ਉੱਥੇ ਹੀ ਬਹਿ ਗਏ। ਜੇ ਪੰਡਾਲ 'ਚ ਥਾਂ ਨਹੀਂ ਮਿਲੀ ਤੇ ਬਾਹਰ ਜਿੱਥੇ ਵੀ ਥਾਂ ਮਿਲ ਗਿਆ, ਜਿੱਥੇ ਕਿ ਕੰਨਾਂ 'ਚ ਆਵਾਜ਼ ਪੈ ਜਾਏ ਬਸ ਬਾਣੀ ਦੀ, ਉੱਥੇ ਜਾਂ ਥਾਂ ਵੇਖ ਕੇ ਤੇ ਸਿੱਖ ਬਹਿ ਗਏ ਹਨ। ਗੁਰਮਤਿ ਲੇਹਤ ਰਹਿਤ ਕਿਹ ਸਹਤ ਏਦਾਂ ਖਾਲਸਾ ਜੀ ਗੁਰੂ ਕੀ ਜਿਹੜੀ ਮੱਤ ਹੈ ਉਹ ਲੈਂਦੇ ਆ ਸਿੱਖ ਰਹਿਤ ਦੇ ਨਾਲ। ਰਹਿਤ ਕੀ ਹੈ? ਮਹਾਰਾਜ ਕਹਿੰਦੇ
ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਦੇ ਇਸ਼ਨਾਨ ਕਰੇ ਭਰ ਕੇ ਪ੍ਰਭਾਤੀ। ਵੀ ਅੰਮ੍ਰਿਤ ਵੇਲੇ ਇਸ਼ਨਾਨ ਕਰੇ ਗੁਰੂ ਕਾ ਸਿੱਖ ਉਹ ਅਖਵਾਉਂਦਾ ਹੈ, ਜਾਂ ਜਿਹੜਾ ਆਪਦੇ ਆਪ ਨੂੰ ਗੁਰੂ ਕਾ ਸਿੱਖ ਅਖਵਾਉਂਦਾ। ਅੰਮ੍ਰਿਤ ਇਹਨਾਂ ਦਰਿਆਵਾਂ ਸਿਓ ਦੋਸਤੀ, ਮਹਾਰਾਜ ਕਹਿੰਦੇ ਸਿੱਖਾਂ ਦੀ ਦਰਿਆਵਾਂ ਨਾਲ ਦੋਸਤੀ, ਭਾਵ ਪਾਣੀ ਜਲ ਦਾ ਇਸ਼ਨਾਨ ਕਰਨ ਅੰਮ੍ਰਿਤ ਵੇਲੇ ਜਾਗਦੇ। ਤੋ ਪਾਤਸ਼ਾਹ ਮਹਾਰਾਜ ਦੀ ਸੋਭਾ ਸੁਣਦੇ ਸਿੱਖ ਕਵੀ ਰਾਜ ਕਹਿੰਦੇ ਇਸ਼ਨਾਨ ਕਰਕੇ ਦਰਿਆ ਸਤਲੁਜ ਵਿੱਚ ਜਿੱਥੇ ਇੱਕ ਥਾਂ ਮਿਲ ਗਈ ਉੱਥੇ ਬਹਿ ਗਏ, ਗੁਰੂ ਦੀ ਮੱਤ ਲੈਂਦੇ ਆ, ਰਹਿਤ ਸਹਿਤ ਦੇ ਹੋ ਪਧਾਰਨੀ ਹੋ ਰਹੇ ਹਨ। ਮੋਹ ਮਹਤ ਚਿਤ ਕੇ ਨਿਤ ਦਹਤ, ਤੇ ਬਾਣੀ ਸੁਣ ਸੁਣ ਕੇ ਆਨੰਦਪੁਰ ਸਾਹਿਬ ਦੀਆਂ ਕਿਆ ਖੇਡਾਂ, ਦੀਵਾਨ ਸਜਦੇ ਕਥਾ ਹੁੰਦੀ ਕੀਰਤਨ ਹੁੰਦਾ, ਤੇ ਆਪਦੇ ਮਨ ਦੇ ਵਿੱਚ ਜਿਹੜਾ ਮਹਿਤ ਕਹੀਏ ਬਹੁਤ ਮੋਹ ਹੈ ਚਿੱਤ ਦਾ, ਉਹਨੂੰ ਦਾਹਤ ਕਹੀਏ ਸਾੜ ਰਹੇ ਹਨ ਜੀ। ਰਾਤ ਦੋ ਘਟਕਾ ਤੇ ਸਭ ਜਾਗੇ, ਏਦਾਂ ਆਨੰਦਪੁਰ ਸਾਹਿਬ ਰੋਜ਼ ਐਂ ਹੀ ਹੁੰਦਾ, 2 ਘੜੀਆਂ ਜਦੋਂ ਰਾਤ ਰਹਿ ਜਾਂਦੀ ਤੇ ਸਿੱਖ ਸਾਰੇ ਹੀ ਜਾਗ ਪੈਂਦੇ ਹਨ ਜੀ। ਉਹ ਕੁਝ ਸਿੱਖ ਪਹਿਰ ਰਹਿੰਦਿਆਂ ਰਾਤ, ਜਿਵੇਂ 3 ਘੰਟੇ ਪਹਿਲਾਂ ਸੂਰਜ ਚੜ੍ਹਨ ਦਿਨ ਚੜ੍ਹਨ ਤੋਂ ਚੰਗੇ ਗੁਰਸਿੱਖ ਜੀਵਨ ਵਾਲੇ ਜਾਗ ਪੈਂਦੇ। ਜਿਹੜੇ ਕੋਈ ਬਾਹਲੇ ਆਲਸੀ ਉਹ ਵੀ 2 ਘੜੀਆਂ ਰਾਤ ਰਹਿੰਦੀ, ਜਿਵੇਂ 24 ਮਿੰਟ ਦੀ ਘੜੀ ਹੁੰਦੀ, ਕੋਈ ਪੌਣਾ ਕੁ ਘੰਟਾ ਦਿਨ ਚੜ੍ਹਨ ਵਿੱਚ ਰਹਿੰਦਾ, ਤੇ ਉਦੋਂ ਪਹਿਲਾਂ ਉੱਠ ਕੇ ਜਾਗ ਜਾਂਦੇ ਆ, ਵੀ ਹਨੇਰੇ ਹਨੇਰੇ ਉੱਠ ਕੇ ਇਸ਼ਨਾਨ ਪਾਣੀ ਕਰ ਲੈਂਦੇ ਆ। ਨੌਬਤ ਭਜਨ ਲਗੀ ਦਰ ਆਗੇ, ਏਦਾਂ ਖਾਲਸਾ ਜੀ ਗੁਰੂ ਕੇ ਦਰਬਾਰਾਂ ਵਿੱਚ ਫਿਰ ਤੜਕੀ ਨਗਾਰੇ ਵੱਜਣ ਲੱਗ ਪੈਂਦੇ। ਮੱਠਾ ਮੱਠਾ ਨਗਾਰਾ ਜਿਹਨੂੰ ਨੌਬਤ ਕਹਿ ਦਿੰਦੇ, ਰਾਜੇ ਮਹਾਰਾਜਿਆਂ ਦੇ ਘਰਾਂ 'ਚ ਵੱਜਦੀ ਹੈ। ਮੱਠਾ ਮੱਠਾ ਨਗਾਰਾ ਜਿਹੜਾ ਅੰਮ੍ਰਿਤ ਵੇਲੇ ਮਹਾਰਾਜ ਦੇ ਦਰਵਾਜ਼ੇ ਤੇ ਸਾਰਾ ਦਿਨ ਹੀ ਵੱਜਦਾ ਰਹਿੰਦਾ ਹੈ। ਸੁਜਾਸ ਕਬਿਤਨ ਪਾਠ ਉਚਾਰੈ, ਅੰਮ੍ਰਿਤ ਵੇਲੇ ਜਿਹੜੇ ਭਾਟੇ ਆ ਉਹ ਕਬਿਤ ਗਾਉਂਦੇ ਆ, ਸਵਈਏ ਗਾਉਂਦੇ ਤੇ ਗੁਰੂ ਘਰ ਦੀ ਮਹਿਮਾ ਕਰਦੇ। ਉਹ ਭੱਟ ਹੁੰਦੇ ਆ ਨਾ, ਜਿਵੇਂ ਆਪ ਜੀ ਹਰਿਮੰਦਰ ਸਾਹਿਬ ਜਦੋਂ ਪ੍ਰਕਾਸ਼ ਹੁੰਦਾ ਅੰਮ੍ਰਿਤ ਵੇਲੇ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਆਉਂਦਾ ਤੇ ਅੰਮ੍ਰਿਤ ਵੇਲੇ ਉਹ ਸਿੱਖ ਮੈਕ ਤੇ ਖੜੇ ਹੋ ਕੇ ਗਾਉਂਦੇ, ਜਿਹੜੇ ਉਹ ਭੱਟ ਹੁੰਦੇ ਆ। ਤੇ ਉਹ ਜਿਹੜੇ ਗਾਉਂਦੇ ਉਹ ਗੁਰਬਾਣੀ 'ਚੋਂ ਸਵਈਏ ਗਾਉਂਦੇ ਆ। ਇਸ ਤਰ੍ਹਾਂ ਸਵਈਏ ਗਾਏ ਜਾ ਰਹੇ, ਕਵਿੱਤ ਗਾਏ ਜਾ ਰਹੇ ਹੈ। ਗੁਰੂ ਪਾਤਸ਼ਾਹ ਜੀ ਦੀ ਬੜੀ ਵੱਡੀ ਵਡਿਆਈ ਸੋਭਾ ਕਰਦੇ ਆ ਜਿਹੜੇ ਭੱਟ ਕਲੌਤ ਗਾਉਣ ਵਾਲੇ ਗਵਈਏ ਹਨ। ਖਰੇ ਨਕੀਬ ਆਵਾਜ਼ ਪੁਕਾਰੈ, ਤੇ ਉੱਚੀ ਉੱਚੀ ਆਵਾਜ਼ ਵਿੱਚ ਨਕੀਬ ਖੜੇ ਹੋਏ ਆ। ਅੰਮ੍ਰਿਤ ਵੇਲੇ ਗੁਰੂ ਕਲਗੀਧਰ ਸਾਹਿਬ ਦੇ ਦੀਵਾਨ ਵਿੱਚ ਸੋਭਾ ਹੋਣ ਲੱਗ ਪੈਂਦੀ ਹੈ। ਗਨ ਬਿਹੰਗ ਤਰਵਰ ਪਰ ਬੋਲੈ, ਤੇ ਪੰਛੀ ਸਾਧ ਸੰਗ ਜੀ ਬਹੁਤ ਸੰਘਣੇ ਰੁੱਖ ਲੱਗੇ ਹੋਏ ਆਨੰਦਪੁਰ ਸਾਹਿਬ ਦੇ ਘੇਰੇ ਘੇਰੇ ਮਹਾਰਾਜ ਦੇ ਵਿਹੜੇ ਵਿੱਚ ਪੰਛੀ ਆਉਂਦੇ। ਅੰਮ੍ਰਿਤ ਵੇਲੇ ਚਿੜੀਆਂ ਆਉਂਦੀਆਂ, ਤੇ ਇਦਾਂ ਹੋਰ ਬੜੇ ਮੋਰ ਤੇ ਆ ਤੋਤੇ ਜੇ ਗਟਾਰਾਂ ਨਹੀਂ ਆ ਜਾਂਦੀਆਂ ਤੇ ਰੁੱਖਾਂ ਤੇ ਬਹਿ ਜਾਂਦੀਆਂ। ਅੰਮ੍ਰਿਤ ਵੇਲੇ ਬੜਾ ਚਹਿਲ ਪਹਿਲ ਹੁੰਦੀ, ਚਿੜੀਆਂ ਚੂਕਦੀਆਂ, ਬੜਾ ਭਾਰੀ ਰੌਲਾ ਪੰਛੀ ਪਾਉਂਦੇ ਹਨ। ਚੱਕਰ ਵਾਹਕ ਮਿਲ ਜੁਗਮਕ ਲੋਲੈ, ਏਦਾਂ ਸਾਧ ਸੰਗਤ ਜੀ ਜਿਹੜੇ ਕੋਈ ਚੱਕਵੇ ਹੈ ਜੋੜਾ ਜੋੜਾ ਮਿਲ ਮਿਲ ਕੇ ਬੜੇ ਕਲੋਲ ਕਿਰਿਆ ਕ੍ਰੀੜਾ ਕਰਦੇ ਹਨ। ਕਲਗੀਧਰ ਸਤਿਗੁਰ ਭਗਵਾਨ, ਇਧਰ ਕਲਗੀਧਰ ਸਾਹਿਬ ਗਰੀਬ ਨਵਾਜ ਜਿਹੜੇ ਖੱਟ ਭਗਾ ਸਤਿਗੁਰੂ ਭਗਵਾਨ ਹਨ। ਜਾਗੇ ਠਾਨਿਓ ਸੋਚ ਸਨਾਨ, ਪਹਿਰ ਰਾਤ ਰਹਿੰਦਿਆਂ ਸੱਚੇ ਪਾਤਸ਼ਾਹ ਜੀ ਉੱਠ ਪਏ ਐ। ਉੱਠ ਕੇ ਮਾਰ ਨੇ ਸੌਚਾਚਾਰ ਕਰਿਆ, ਫਿਰ ਇਸ਼ਨਾਨ ਪਾਣ ਕੀਤਾ ਹੈ। ਫਿਰ ਆਸਨ ਪਰ ਮੁਦਰਤ ਨੈਣ, ਤੇ ਫਿਰ ਇਸ਼ਨਾਨ ਕਰਕੇ ਬਾਣਾ ਪਹਿਨ ਕੇ ਪਾਤਸ਼ਾਹ ਜੀ ਆਪਣੇ ਆਸਣ ਤੇ ਬਹਿ ਜਾਂਦੇ ਐ, ਨੇਤਰ ਬੰਦ ਕਰ ਲੈਂਦੇ ਐ ਤੇ ਪਰਮੇਸ਼ਰ ਦਾ ਧਿਆਨ ਧਾਰ ਲੈਂਦੇ ਐ। ਨਿਜ ਸਰੂਪ ਕੋ ਆਨੰਦ ਲੈਣ, ਤੇ ਪਰਮੇਸ਼ਰ ਕੌਣ ਹੈ? ਗੁਰੂ ਕਲਗੀਧਰ ਸਾਹਿਬ ਆਪ ਹੀ ਪਰਮੇਸ਼ਰ ਹੈ। ਤੇ ਮਹਾਰਾਜ ਨੇਤਰ ਬੰਦ ਕਰਕੇ ਆਪ ਦਾ ਹੀ ਬ੍ਰਹਮ ਰੂਪ ਦਾ ਧਿਆਨ ਧਰ ਲੈਂਦੇ ਹਨ ਜੀ। ਆਸਾ ਵਾਰ ਭੋਗ ਜਬ ਪਾਇਓ, ਇਧਰ ਜਦੋਂ ਸ੍ਰੀ ਆਸਾ ਜੀ ਕੀ ਵਾਰ ਦਾ ਭੋਗ ਪੈ ਜਾਂਦਾ ਹੈ, ਸੁਨ ਸਭ ਹਿਨ ਤਬ ਸੀਸ ਨਿਵਾਇਓ, ਤੇ ਉਦੋਂ ਫਿਰ ਸਾਰੀ ਸੰਗਤ ਸਿਰ ਨਵਾਉਂਦੀ ਹੈ। ਇੱਕ ਮਰਿਆਦਾ ਖਾਲਸਾ ਜੀ ਰਹਿਤਨਾਮਿਆਂ ਵਿੱਚ ਜ਼ਿਕਰ ਆਉਂਦਾ ਹੈ, ਜਦੋਂ ਕਿਸੇ ਸ਼ਬਦ ਦਾ ਭੋਗ ਪੈਂਦਾ ਹੈ ਤੇ ਉਦੋਂ ਜਿਹੜਾ ਸਿਰ ਨਹੀਂ ਨਵਾਉਂਦਾ ਉਹ ਗੁਰੂ ਕਾ ਤਨਖਾਹੀਆ ਹੁੰਦਾ ਹੈ। ਭਾਵ ਜਦੋਂ ਕੋਈ ਸ਼ਬਦ ਜਿਵੇਂ ਕੋਈ ਜਪਜੀ ਸਾਹਿਬ ਹੋ ਗਿਆ, ਚਾਹੇ ਆਪਦਾ ਨਿਤਨੇਮ ਕਰੋ, ਚਾਹੇ ਦੀਵਾਨ ਵਿੱਚ ਬਹਿ ਕੇ ਬਾਣੀ ਸੁਣੋ, ਜਦੋਂ ਕਿਸੇ ਸ਼ਬਦ ਦਾ ਭੋਗ ਪੈਣਾ ਉਦੋਂ ਦੋਵੇਂ ਹੱਥ ਜੋੜ ਕੇ ਤੇ ਸਿਰ ਨਵਾਉਣਾ। ਜਿਵੇਂ ਜਪਜੀ ਸਾਹਿਬ ਸਿੰਘ ਪੜ੍ਹਦਾ ਅੰਮ੍ਰਿਤ ਵੇਲੇ 5 ਬਾਣੀਆਂ ਪੜ੍ਹਦੇ ਆ ਸਪੀਕਰ 'ਚ, ਤੇ ਜਦੋਂ 5 ਬਾਣੀਆਂ ਜਪਜੀ ਸਾਹਿਬ ਪੂਰਾ ਹੋਇਆ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਹੜਾ ਪੜ੍ਹਦਾ ਸਿੰਘ ਉਹਨੇ ਵੀ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਿਹੜੀ ਸੰਗਤ ਸਾਹਮਣੇ ਬੈਠੀ ਹੈ ਉਹਨੇ ਵੀ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ। ਫਿਰ ਜਾਪ ਸਾਹਿਬ ਇੱਦਾਂ ਉਹ ਪੂਰਾ ਹੋਏਗਾ, ਫਿਰ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ, ਜਿਹੜਾ ਪੜ੍ਹ ਰਿਹਾ ਉਹਨੇ ਵੀ, ਜਿਹੜਾ ਸੁਣ ਰਿਹਾ ਉਹਨੇ ਵੀ। ਜਦੋਂ ਕੀਰਤਨ ਹੋਵੇ
ਕੀਰਤਨ ਸੁਣਦੇ ਰਹਿਣਾ। ਜਦੋਂ ਕੀਰਤਨ ਦੀ ਸਮਾਪਤੀ, ਜਿਵੇਂ ਸ਼ਬਦ ਪੂਰਾ ਹੁੰਦਾ ਹੈ, ਕੀਰਤਨ ਦੀ ਸਮਾਪਤੀ ਹੁੰਦੀ ਹੈ, ਉਦੋਂ ਸਾਧ ਸੰਗਤ ਜੀ ਜਦੋਂ ਰਾਗੀ ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ, ਉਦੋਂ ਸੰਗਤ ਵੀ ਆਵਾਜ਼ ਦੇਵੇ। ਜਿਹੜਾ ਨਹੀਂ ਬੋਲਦਾ ਉਹ ਮਹਾਰਾਜ ਕਹਿੰਦੇ ਤਨਖਾਹੀ ਹੈ। ਜਿਵੇਂ ਕਥਾ ਹੁੰਦੀ, ਕਥਾ ਦੀ ਸਮਾਪਤੀ ਤੇ ਜਦੋਂ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਆਉਂਦੀ ਹੈ, ਉਹ ਸਮਾਪਤੀ ਤੇ ਜਦੋਂ ਫਤਿਹ ਬੋਲੇ, ਜਿਹੜਾ ਬੋਲਦਾ ਉਹ ਵੀ ਹੱਥ ਜੋੜ ਕੇ ਨਮਸਕਾਰ ਕਰੇ ਤੇ ਜਿਹੜਾ ਅੱਗੇ ਸੁਣਦਾ ਉਹ ਵੀ ਕਰੇ। ਇਹ ਬਾਣੀ ਕਦੇ ਵੀ ਤੁਸੀਂ ਕਿਤੇ ਵੀ ਜਾਓ, ਸ਼ਬਦ ਦਾ ਜਦੋਂ ਭੋਗ ਪੈਣਾ ਉਦੋਂ ਹੱਥ ਜੋੜ ਕੇ ਸੰਗਤ 'ਚ ਬੈਠੇ ਆ। ਜੇ ਕੋਈ ਨਹੀਂ ਬੋਲਦਾ, ਰਾਗੀ ਵੀ ਬੇਸ਼ੱਕ ਨਾ ਬੋਲੇ, ਕੋਈ ਐਸੇ ਹੁੰਦੇ ਆ ਸਿੰਘ ਵੀ, ਗ੍ਰੰਥੀ ਸਿੰਘ, ਜਿਵੇਂ ਹੁਣ ਪੰਜ ਬਾਣੀ ਅੰਮ੍ਰਿਤ ਵੇਲੇ ਪੜ੍ਹਦੇ ਆ ਤੇ ਜਦੋਂ ਜਪਜੀ ਸ਼ੁਰੂ ਕਰ ਲੈਂਦੇ ਤੇ ਆਨੰਦ ਸਾਹਿਬ ਤੇ ਜਾ ਕੇ ਰੁਕਦੇ ਆ, ਵਿੱਚ ਨਹੀਂ ਇਹ ਰੁਕਦੇ ਨਹੀਂ। ਆਮ ਗ੍ਰੰਥੀ ਜਿੰਨੇ ਵੇਖੀਏ ਨਾ, ਉਹ ਬਸ ਜਪਜੀ ਤੋਂ ਨਾਲ ਹੀ ਜਾਪ ਸਾਹਿਬ ਸ਼ੁਰੂ ਕਰ ਲੈਣਗੇ, ਫਤਿਹ ਨਹੀਂ ਬੁਲਾਉਣਗੇ। ਪਰ ਫਤਿਹ ਬੁਲਾਉਣੀ ਹੈ ਜਦੋਂ ਬਾਣੀ ਸੰਪੂਰਨ ਹੁੰਦੀ ਹੈ। ਫਤਿਹ ਬੁਲਾ ਕੇ ਫਿਰ ਸੀਸ ਵੀ ਝੁਕਾਉਣਾ, ਆਪ ਦਾ ਨਿਤਨੇਮ ਜਦੋਂ ਕਰਨਾ। ਜਦੋਂ ਜਪਜੀ ਸਾਹਿਬ ਸੰਪੂਰਨ ਹੋ ਗਿਆ ਤੇ ਉਦੋਂ ਗੁਟਕਾ ਸਾਹਿਬ ਹੱਥ 'ਚ ਫੜਿਆ, ਜਪਜੀ ਕੀਤਾ ਤੇ ਗਏ ਮਸਕਤ ਘਾਲ ਕਹਿ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਦੁਬਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਾਪ ਸਾਹਿਬ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ, ਇੱਦਾਂ ਲੱਗ ਜਾਣਾ। ਇਹ ਰਹਿਤਨਾਮਿਆਂ 'ਚ ਜ਼ਿਕਰ ਆਉਂਦਾ ਬਕਾਇਦਾ। ਗੁਰੂ ਕਲਗੀਧਰ ਸਾਹਿਬ ਨੇ ਜਿਹੜੇ ਰਹਿਤਨਾਮੇ ਭਾਈ ਨੰਦ ਲਾਲ ਜੀ ਨੂੰ ਬਖਸ਼ੇ, ਉਹਦੇ ਵਿੱਚ ਇਹ ਜ਼ਿਕਰ ਆਉਂਦਾ। ਸੋ ਜਦੋਂ ਆਸਾ ਦੀ ਵਾਰ ਦਾ ਭੋਗ ਪਿਆ, ਸਾਰੇ ਸਿੱਖਾਂ ਸੀਸ ਹੱਥ ਜੋੜੇ ਤੇ ਸੀਸ ਝੁਕਾਏ ਆ, ਨੇਤਰ ਬੰਦ ਕਰਕੇ ਨਮਸਕਾਰ ਕੀਤੀ, ਫਤਿਹ ਬੁਲਾਈ ਹੈ। ਜਬ ਤੇ ਹੋਏ ਤਰਨ ਪ੍ਰਕਾਸ਼ਾ। ਤੇ ਇੰਨੇ ਨੂੰ ਸਾਧ ਸੰਗਤ ਜੀ ਫਿਰ ਸੂਰਜ ਅੰਮ੍ਰਿਤ ਵੇਲੇ ਚੜ੍ਹਨ ਵਾਲਾ ਹੋ ਗਿਆ ਹੈ ਜੀ। ਪਹਿਰਨ ਬਾਸ ਲਿਆਏ ਗਨ ਦਾਸਾ। ਏਦਾਂ ਸੰਗਤ ਜੀ ਮਹਾਰਾਜ ਦੇ ਪਹਿਨਣ ਵਾਸਤੇ ਬਸਤਰ ਸਿੱਖ ਲੈ ਕੇ ਪਹੁੰਚ ਗਿਆ ਹੈ। ਚੀਰ ਸਰੀਰ ਧੀਰ ਗੁਰ ਧਰੇ। ਸਤਿਗੁਰਾਂ ਹੇਠਾਂ ਕੁੜਤੀ ਪਾਈ ਹੁੰਦੀ, ਉੱਪਰ ਫਿਰ ਬਸਤਰ ਆ ਜਾਂਦੇ, ਮਹਾਰਾਜ ਚੋਲਾ ਪਹਿਨਦੇ, ਕਮਰ ਕੱਸਾ ਕਰਦੇ, ਸੀਸ ਦੇ ਉੱਪਰ ਦਮਾਲਾ ਚਲਾਉਣ ਲੱਗ ਪੈਂਦੇ ਆ। ਅਲੰਕਾਰ ਸਭ ਪਹਿਰਨ ਕਰੇ। ਤੇ ਜਿਹੜੇ ਮਹਾਰਾਜ ਦੇ ਗਹਿਣੇ, ਜਿਵੇਂ ਗਲ 'ਚ ਹਾਰ, ਸੀਸ ਤੇ ਕਲਗੀ, ਉਂਗਲ ਸਤਰਾਣ ਉਂਗਲਾਂ ਵਿੱਚ, ਤੇ ਰਾਜ ਸਾਜ, ਤੀਰ ਪੱਥੇ, ਕਟਾਰਾਂ, ਸ਼ਾਸਤਰ ਬਸਤਰ, ਕਮਰ ਕੱਸਾ, ਉਹ ਸਾਰਾ ਰਾਜ ਸਾਜ ਮਹਾਰਾਜ ਦੇ ਸ਼ਿੰਗਾਰ ਆਪਦੇ ਸਰੀਰ ਤੇ ਸਜਾ ਲੈਂਦੇ ਆ। ਦਿਵਸ ਚੜ੍ਹੇ ਵੱਡ ਫਰਸ ਕਰਾਵਾ। ਜਦੋਂ ਦਿਨ ਚੜ੍ਹ ਜਾਂਦਾ, ਪਤਾ ਲੱਗਦਾ ਵੀ ਹੁਣ ਸੰਗਤ ਆਉਣ ਵਾਲੀ, ਪਾਸੇ ਪਿੰਡਾਂ ਦੀ ਜਿਹੜੀ ਆਉਣੀ ਆ ਜਾਂ ਜਿਹੜੀ ਦੂਰੋਂ ਚੱਲੀ ਹੋਈ ਹੈ, ਫਿਰ ਵੱਡਾ ਪੰਡਾਲ ਵੱਡਾ ਕਰ ਦਿੱਤਾ ਜਾਂਦਾ, ਖੁੱਲੀ ਫਰਸ਼ ਤੇ ਪੰਡਾਲ ਦੀ ਵਿਛਾਈ ਹੋ ਜਾਂਦੀ ਹੈ। ਸੁੰਦਰ ਆਸਨ ਬਹੁਰ ਡਸਾਵਾ। ਫਿਰ ਮਹਾਰਾਜ ਦਾ ਸੋਹਣਾ ਆਸਣ ਦੀਵਾਨ ਦੇ ਵਿੱਚ ਢਾ ਦਿੱਤਾ ਜਾਂਦਾ ਹੈ। ਸ੍ਰੀ ਗੋਬਿੰਦ ਸਿੰਘ ਬੈਠੇ ਜਾਏ। ਧੰਨ ਗੁਰੂ ਕਲਗੀਧਰ ਸਾਹਿਬ ਜੀ ਫਿਰ ਜਾ ਸਿੰਘਾਸਨ ਉੱਪਰ ਸੁਭਾਏਮਾਨ ਹੋ ਜਾਂਦੇ ਐ। ਸੁਧ ਕੋ ਸੁਨ ਸੁਨ ਨਰ ਸਮੁਦਾਏ। ਤੇ ਤੰਬੂਆਂ ਵਿੱਚ ਸੰਗਤ ਰੁਕੀ ਹੋਈ ਹੈ, ਇਸ਼ਨਾਨ ਪਾਣ ਕੀਤਾ ਹੋਇਆ। ਖਬਰ ਹੋ ਜਾਂਦੀ ਭਾਈ ਗੁਰੂ ਕਲਗੀਧਰ ਸਾਹਿਬ ਜੀ ਦੀਵਾਨ ਵਿੱਚ ਆ ਗਏ ਤੇ ਜਿਨ੍ਹਾਂ ਦਰਸ਼ਨ ਕਰਨੇ ਆ ਜਾਓ। ਸੁਣ ਕੇ ਸੰਗਤ ਆਪੋ ਆਪਣੀਆਂ ਭੇਟਾਵਾਂ ਲੈ ਕੇ ਭੱਜ ਕੇ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਹਨ। ਪ੍ਰਥਮ ਕਿਰਪਾਲ ਸੋ ਮਾਤੁਲ ਆਇਓ। ਏਦਾਂ ਖਾਲਸਾ ਜੀ ਪਹਿਲਾਂ ਫਿਰ ਮਾਮਾ ਕਿਰਪਾਲ ਚੰਦ ਜੀ ਗੁਰੂ ਕਲਗੀਧਰ ਸਾਹਿਬ ਜੀ ਕੋਲ ਪਹੁੰਚੇ ਆ। ਪੰਚੋ ਭਰਾਤ ਆਏ ਸੁਖ ਪਾਇਓ। ਫਿਰ ਮਹਾਰਾਜ ਦੇ ਭੂਆ ਜੀ ਦੇ ਪੁੱਤਰ ਬੀਬੀ ਵੀਰੋ ਦੇ ਸਾਹਿਬਜ਼ਾਦੇ ਸੰਗੋ ਸ਼ਾਹ ਵਰਗੇ ਇਹ ਪੰਜੇ ਭਰਾ ਆਏ ਤੇ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਬਿੰਦ ਮਸੰਦ ਕਰਹਾਂ ਸਭ ਬੰਦਨ। ਫਿਰ ਮਸੰਦ ਆਉਂਦੇ ਪ੍ਰਬੰਧਕ ਗੁਰਮੁਖ ਪਿਆਰੇ ਮਹਾਰਾਜ ਨੂੰ ਨਮਸਕਾਰਾਂ ਕਰਦੇ ਆ। ਸੂਰਜ ਮਲ ਕੇ ਨੰਦ ਕੇ ਨੰਦਨ। ਫਿਰ ਸੂਰਜ ਮਲ ਜੀ ਦੇ ਪੋਤਰੇ ਆ ਗੁਲਾਬ ਰਾਏ ਤੇ ਸ਼ਾਮ ਰਾਏ, ਉਹ ਵੀ ਮਹਾਰਾਜ ਨੂੰ ਆਣ ਮੱਥਾ ਟੇਕਦੇ ਆ। ਰਾਏ ਗੁਲਾਬ ਸ਼ਾਮ ਸਿੰਘ ਨਾਮੂ। ਗੁਲਾਬ ਰਾਏ ਤੇ ਸ਼ਾਮ ਸਿੰਘ ਭਾਵ ਅੰਮ੍ਰਿਤ ਛਕ ਲਿਆ ਸੀ ਤੇ ਗੁਲਾਬ ਸਿੰਘ ਤੇ ਸ਼ਾਮ ਸਿੰਘ ਬਣ ਗਏ ਸੀ ਬਾਅਦ ਚ ਦੋਵੇਂ ਭਰਾ ਸੂਰਜ ਮਲ ਦੇ ਪੋਤਰੇ ਜੋ। ਫਿਰੇ ਸਭਾ ਸਭ ਕੀਨ ਪ੍ਰਣਾਮੂ। ਏਦਾਂ ਸਾਰੇ ਸਭਾ ਵਿੱਚ ਟੇਕੇ ਹੋਏ ਗੁਰੂ ਕਲਗੀਧਰ ਸਾਹਿਬ ਨੂੰ ਨਮਸਕਾਰਾਂ ਕਰਦੇ ਆ। ਸਭਾ ਸੁਧਰਮਾ ਕੇ ਸਮ ਲਾਗੀ। ਮਹਾਰਾਜ ਦੀ ਸਭਾ ਦੀ ਸ਼ੋਭਾ ਜਿਵੇਂ ਕਿਤੇ ਇੰਦਰ ਦੇਵਤੇ ਦੀ ਸਭਾ ਸਜੀ ਹੁੰਦੀ ਤੇ ਵਿੱਚ ਦੇਵਤੇ ਬੈਠੇ ਹੁੰਦੇ ਆ। ਬ੍ਰਿੰਦ ਦੇਵਤਾ ਸਭ ਅਨੁਰਾਗੀ। ਏਦਾਂ ਖਾਲਸਾ ਜੀ ਗੁਰੂ ਕਲਗੀਧਰ ਸਾਹਿਬ ਜੀ ਇੰਦਰ ਦੇ ਸਮਾਨ ਬੈਠੇ, ਗੁਰੂ ਕੇ ਸਿੱਖ ਜਿਹੜੇ ਉਹ ਮਾਨੋ ਜਿਵੇਂ ਦੇਵਤੇ ਬੈਠੇ ਹੁੰਦੇ ਆ। ਇੰਦਰ ਮਨਿੰਦ ਗੋਬਿੰਦ ਸਿੰਘ ਗੁਰੂ। ਧੰਨ ਗੁਰੂ ਕਲਗੀਧਰ ਸਾਹਿਬ ਜੀ ਇੰਦਰ ਦੇ ਸਮਾਨ ਆ ਤੇ ਨੇਤਰ ਬੰਦ ਕਰਕੇ ਜਿਹੜੇ ਸਮਾਧੀਆਂ ਲਾ ਕੇ ਬੈਠੇ, ਜਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਉਹ ਦੇਵਤੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਨ ਵਾਲੇ ਸਿੱਖ ਹਨ। ਜਿਨ ਦਰਸ਼ਨ ਤੇ ਹਰ ਅਘਰੂ। ਐਸੇ ਗੁਰੂ ਕਲਗੀਧਰ ਸਾਹਿਬ ਜਿਨ੍ਹਾਂ ਦੇ ਦਰਸ਼ਨ ਕਰਿਆ ਪਾਪਾਂ ਰੂਪੀ ਹਰਨ ਨਾਸ਼ ਹੋ ਜਾਂਦੇ। ਗੁਰੂ ਕਲਗੀਧਰ ਸਿੰਘ ਕਈਏ ਸ਼ੇਰ ਦਾ ਰੂਪ ਹਨ। ਬੇਦੀ ਬਿੰਦ ਸੁਤੇਹਨ ਆਏ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ।
ਇਦਾਂ ਖਾਲਸਾ ਜੀ ਮਹਾਰਾਜ ਦੇ ਦੀਵਾਨ ਵਿੱਚ ਬਰਾਤ ਆਈ ਤੇ ਬੇਦੀ ਵੀ ਬਰਾਤ ਗਏ ਸੀ ਨਾ ਗੁਰੂ ਨਾਨਕ ਸਾਹਿਬ ਦਾ, ਇਹ ਬੇਦੀ ਸਨ ਗੁਰੂ ਨਾਨਕ ਸਾਹਿਬ ਕੇ, ਬਾਬੇ ਕੇ ਵੀ ਆ ਗਏ, ਭਾਵ ਗੁਰੂ ਨਾਨਕ ਸਾਹਿਬ ਦਾ ਪਰਿਵਾਰ, ਗੁਰੂ ਅੰਗਦ ਸਾਹਿਬ ਦਾ ਪਰਿਵਾਰ ਵੀ ਪੰਡਾਲ ਵਿੱਚ ਪਹੁੰਚ ਗਿਆ ਹੈ। ਸ੍ਰੀ ਗੁਰੂ ਅਮਰ ਅੰਸ਼ ਸਮੁਦਾਇ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਬੰਸ ਵਿੱਚੋਂ ਉਹ ਵੀ ਗੋਂਦਵਾਲ ਸਾਹਿਬ ਵਾਲੇ ਗੁਰੂ ਅਰਜਨ ਦੇਵ ਸਾਹਿਬ ਦਾ ਨਾਨਕਾ ਪਰਿਵਾਰ, ਉਹ ਵੀ ਇੱਥੇ ਮਹਾਰਾਜ ਦੇ ਪੰਡਾਲ ਸਭਾ ਵਿੱਚ ਆ ਪਹੁੰਚਾ ਹੈ। ਚਾਰੂ ਚੌਰ ਟੁਰਤ ਸਭ ਪਾਵੈ ਇਦਾਂ ਖਾਲਸਾ ਜੀ ਸੁੰਦਰ ਚੌਰ ਸਾਹਿਬ ਸੱਚੇ ਪਾਤਸ਼ਾਹ ਦੇ ਸੀਸ ਤੇ ਝੁੱਲਦਾ ਹੈ, ਬੜੀ ਸ਼ੋਭਾ ਪੈ ਰਹੀ ਹੈ। ਮਨ ਹੋ ਮਰਾਲ ਉਡਤ ਨਿਰਾਵੈ ਮਾਨੋ ਹੰਸ ਉੱਡ ਉੱਡ ਕੇ ਮਹਾਰਾਜ ਦੇ ਕੋਲ ਆਉਂਦਾ ਹੋਵੇ ਫਿਰ ਮੁੜ ਜਾਂਦਾ ਹੋਵੇ, ਇਦਾਂ ਚਿੱਟਾ ਚੌਰ ਸਾਹਿਬ ਸੀਸ ਤੇ ਝੂਲਦਾ ਹੈ ਜੀ। ਇਸ ਤਰ੍ਹਾਂ ਮਹਾਰਾਜ ਦੀ ਸ਼ੋਭਾ ਹੋ ਰਹੀ ਹੈ। ਕਲਗੀ ਕੇ ਮੁਕਤਾ ਗੁਛ ਹੇਰ ਗੁਰੂ ਕਲਗੀਧਰ ਸਾਹਿਬ ਦੇ ਮੋਤੀ ਜਿਹੜੇ ਕਲਗੀ 'ਚ ਲੱਗੇ ਨਾ, ਗੁੱਛੇ ਮੋਤੀਆਂ ਦੇ ਨਿੱਕੇ ਨਿੱਕੇ ਲਟਕਦੇ ਆ, ਉਹਨਾਂ ਨੂੰ ਵੇਖ ਵੇਖ ਕੇ ਆਵਤ ਡਰਤ ਨਾ ਕਰਤੋ ਨੀਰ ਤੇ ਉਹ ਮਾਨੋ ਵੀ ਮੋਤੀ ਜਿਹੜਾ ਹਰਨ ਹੁੰਦਾ ਨਾ ਖਾਲਸਾ ਜੀ, ਹੰਸੋ ਮੋਤੀ ਚੁਗਦਾ। ਕਹਿੰਦੇ ਜਿਹੜਾ ਚੌਰ ਸਾਹਿਬ ਆ ਉਹ ਤਾਂ ਹੈ ਹੰਸ ਵਰਗਾ, ਤੇ ਹੰਸ ਦਾ ਸੁਭਾਅ ਹੁੰਦਾ ਹੰਸਾਂ ਹੀਰਾ ਮੋਤੀ ਚੁਗਣਾ, ਵੀ ਉਹ ਜਦੋਂ ਮਰ ਦੇ ਕੋਲੋਂ ਚੌਰ ਸਾਹਿਬ ਕਰਦਾ ਨਾ ਸਿੱਖ, ਉਹ ਮਾਨੋ ਹੰਸ ਆਉਂਦਾ ਤੇ ਮਰ ਦੀ ਕਲਗੀ ਤੇ ਲੱਗੇ ਮੋਤੀ ਖਾਣੇ ਚਾਹੁੰਦਾ, ਪਰ ਮਹਾਰਾਜ ਤੋਂ ਡਰਦਾ ਹੋਇਆ ਫਿਰ ਪਿਛਾਂ ਮੁੜ ਜਾਂਦਾ, ਕਿਉਂਕਿ ਸਿੱਖ ਚੌਰ ਸਾਹਿਬ ਕਰਕੇ ਫਿਰ ਪਿਛਾਂ ਲੈ ਆਉਂਦੇ ਨਾ। ਕਵੀ ਜੀ ਕਹਿੰਦੇ ਦੂਰੋਂ ਵੇਖਣ ਨੂੰ ਐਂ ਲੱਗਦਾ ਹੈ ਚਿੱਟਾ ਹੰਸ ਮਰ ਦੀ ਕਲਗੀ ਵਾਲੇ ਮੋਤੀ ਚੁਗਣਾਉਂਦਾ ਹੋਵੇ ਤੇ ਮਹਾਰਾਜ ਦਾ ਭੈ ਮੰਨ ਕੇ ਫਿਰ ਪਿੱਛੇ ਮੁੜ ਜਾਂਦਾ ਹੋਵੇ ਜੀ। ਕੰਚਨ ਦੰਡ ਲਿਏ ਨਰ ਖਰੇ ਤੇ ਕੰਚਨ ਕਹੀਏ ਸੋਨੇ ਦੀਆਂ ਚੋਬਾਂ ਲੈ ਕੇ ਮਹਾਰਾਜ ਦੇ ਪੰਡਾਲ ਦੇ ਵਿੱਚ ਖਾਲਸਾ ਜੀ ਗੁਰੂ ਕੇ ਸਿੱਖ ਸੂਰਮੇ ਪਹਿਰੇਦਾਰ ਖੜੇ ਹੋਏ ਹਨ। ਸੂਰਜਮੁਖੀ ਹਾਥ ਮੋਹ ਧਰੇ ਤੇ ਸੂਰਜਮੁਖੀ ਪੱਖੇ, ਜਿਹੜੇ ਸੂਰਜ ਦੇ ਜਿਵੇਂ ਸੂਰਜ ਹੁੰਦਾ ਨਾ ਫੁੱਲ, ਇਦਾਂ ਦੇ ਪੱਖੇ ਬਣੇ ਹੋਏ ਆ, ਉਹ ਮਹਾਰਾਜ ਦੇ ਸਿੱਖ ਮਰਨ ਨੂੰ ਝੱਲ ਰਹੇ, ਹੱਥ ਵਿੱਚ ਪੱਖੇ ਫੜੇ ਹੋਏ ਆ, ਚੋਬਾਂ ਫੜੀਆਂ ਹੋਈਆਂ, ਪਹਿਰੇਦਾਰ ਖੜੇ ਹੋਏ ਆ। ਇਸ ਤਰ੍ਹਾਂ ਖਾਲਸਾ ਜੀ ਗੁਰੂਦੇਵ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ੋਭਾ ਵਡਿਆਈ ਸਿਫਤ ਇਦਾਂ ਆਪ ਜੀ ਨੇ ਕਵੀ ਜੀ ਦੇ ਮੁਖੋਂ ਸੁਣੀ। ਬਹੁਤ 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 ਪਾਤਸ਼ਾਹ ਜੀ ਦਾ ਪੰਡਾਲ ਦਰਬਾਰ ਭਰਿਆ ਰਹਿੰਦਾ, ਸਿੱਖ ਦਰਸ਼ਨ ਕਰਨ ਆਉਂਦੇ ਤੇ ਜੈ ਜੈਕਾਰ ਹੁੰਦੀ। ਇਸ ਤਰ੍ਹਾਂ ਦੀ ਸ਼ੋਭਾ ਮਹਾਰਾਜ ਪਾਤਸ਼ਾਹ ਜੀ ਦੀ ਹੈ। ਆਪ ਜੀ ਘੇਰਦੇ ਵਸੇ ਮਨੁੱਖਾ ਜਾਮਾ ਸਫਲਾ ਕਰਨ ਪਾਤਸ਼ਾਹ ਜੀ। ਅੱਗੇ ਜਿਵੇਂ ਖਾਲਸਾ ਜੀ ਮਹਾਰਾਜ ਦੇ ਵਿਵਾਹ ਵਿੱਚ ਇੱਕ ਚੋਰੀ ਹੋਈ ਸੀ, ਕਿਸੇ ਸਿੱਖ ਕੀਤੀ ਆਪਣੇ ਚੋਰ ਨੇ, ਉਹਦੀ ਬਾਬਤ ਫਿਰ ਉਹ ਆ ਕੇ ਬਾਣੀਆਂ ਰੋਂਦਾ, ਮਹਾਰਾਜ ਮੈਂ ਲੁੱਟਿਆ ਗਿਆ, ਮੇਰੇ ਘਰ ਵਿੱਚ ਰਿਹਾ ਹੀ ਕੱਖ ਨਹੀਂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਚਨ ਬਲਾਸ ਕੀਤੇ, ਚੋਰ ਨੂੰ ਬੇਪਰਦ ਕੀਤਾ ਘਰੋਂ, ਸਿੱਖਾਂ ਨੇ ਚੁੱਕ ਕੇ ਲਿਆਂਦਾ। ਉਹ ਸਾਰੇ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਪ ਦੀ ਸ਼ਰਵਣ ਕਰੋਗੇ। ਇੱਥੇ ਸਮਾਪਤਾ ਹੈ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਕਲਗੀ ਕੇ ਮੁਕਤਾ ਗੁਛ ਹੇਰ ਆਵਤ ਡਰਤ ਨਾ ਕਰਤੋ ਨੀਰ ਕੰਚਨ ਦੰਡ ਲਿਏ ਨਰ ਖਰੇ ਸੂਰਜਮੁਖੀ ਹਾਥ ਮੋਹ ਧਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।